ਕਿਤੇ ਮਨ 'ਚ ਇਹ ਗੱਲ ਤਾਂ ਨਹੀਂ ਸੀ ਕਿ ਬਿਜ਼ਨਸ ਦੇ ਵਿੱਚ ਜਿਹੜਾ ਕਈ ਕੰਡੀਸ਼ਨਸ ਹੁੰਦੀਆਂ ਨੇ ਪੈਸੇ ਕਮਾਉਣ ਦੀਆਂ, ਤੇ NGO ਦੇ ਵਿੱਚ ਸਾਨੂੰ ਕਾਫੀ ਛੂਟ ਮਿਲ ਜਾਂਦੀ ਹੈ, ਕਾਫੀ ਓਲਾ ਪੜਦਾ ਹੁੰਦਾ ਹੈ। ਕਦੇ ਇਸ ਤਰ੍ਹਾਂ ਦੀ ਕੋਈ ਗਲਤ ਨਹੀਂ ਸੀ ਪਿੱਛੇ ਚੱਲਦੀ ਮਾਈਂਡ ਦੇ? ਇਹਦਾ ਮੇਰੇ ਕੋਲ ਇੱਕ ਹੀ ਜਵਾਬ ਆ ਕਿ ਜੇ ਕੋਈ ਵੀ ਇਹ ਸਾਬਿਤ ਕਰ ਦੇ ਕਿ ਲੱਖਾਂ ਰੁਪਏ ਮੈਂ ਆਪਣੀ NGO ਦੇ ਵਿੱਚੋਂ ਮੈਂ ਆਪਣੇ ਬਿਜ਼ਨਸ ਦੇ ਵਿੱਚੋਂ ਜਿਹੜੀ ਆ ਉਹ ਆਪਣੀ NGO ਨੂੰ ਨਹੀਂ ਦਿੱਤੇ, ਤੇ ਉਹਦੇ ਲਈ ਮੈਂ ਖੁਦ 10 ਲੱਖ ਦਾ ਇਨਾਮ ਰੱਖਿਆ। ਮੈਂ ਮੋਹਾਲੀ ਵਰਗੇ, ਚੰਡੀਗੜ੍ਹ ਵਰਗੇ, ਆਪਣੇ US ਵਰਗੇ ਘਰਾਂ ਨੂੰ ਇਹਨੂੰ ਸੈਕੰਡਰੀ ਰੱਖ ਕੇ ਮੈਂ ਆਪਣੇ ਪਿੰਡ ਵਿੱਚ ਕਾਰੋਬਾਰ ਕਰ ਰਹੀ, ਬਿਕੋਜ਼ ਮੈਂ ਦੂਸਰਿਆਂ ਲਈ ਅੱਛਾ ਕਰਨਾ ਚਾਹੁੰਦੀ ਹਾਂ। ਗੁਰੂ ਸਾਹਿਬ ਦਾ ਇੱਕ ਉਪਦੇਸ਼ ਹੈ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਇਹ ਕਿਸ ਤਰ੍ਹਾਂ ਦੀ ਸਮਾਜ ਸੇਵਾ ਆ ਜਿਹੜੀ ਅਸੀਂ ਕਰਦੇ ਪਏ ਕਿ ਪੈਸੇ ਲੋਕਾਂ ਦੇ ਨੇ, ਅਸੀਂ ਆਪਣੇ ਰਾਹੀਂ ਜਿਹੜਾ ਹੈ ਉਹ ਡੋਨੇਟ ਕਰਕੇ ਕਹਿੰਦੇ ਆ ਕਿ ਅਸੀਂ ਸਮਾਜ ਸੇਵਕ ਹਾਂ। ਗੁਰੂ ਸਾਹਿਬ ਤਾਂ ਕੁਝ ਹੋਰ ਕਹਿੰਦੇ। ਮੈਂ ਇੱਦਾਂ ਨਹੀਂ ਕਹਿ ਰਹੀ, ਮੈਂ ਆਪਣੇ ਹਰ ਕੈਂਪੇਨ 'ਚ ਜਿਹੜੇ ਵੀ ਬੰਦੇ ਨੇ ਡੋਨੇਟ ਕੀਤਾ ਉਹਨੂੰ ਹੀ ਹਾਈਲਾਈਟ ਕੀਤਾ। ਇੱਦਾਂ ਦਾ ਮੈਨੂੰ ਕੋਈ ਇੱਕ ਮੇਰਾ ਸ਼ੂ ਗਿਵਿੰਗ ਕੈਂਪੇਨ ਦਿਖਾ ਦਿਓ ਕਿ ਜਿਸ 'ਚ ਮੈਂ ਇਹ ਨਾ ਲਿਖਿਆ ਹੋਵੇ ਕਿ ਸਪੋਂਸਰਡ ਬਾਏ ਕੌਣ ਆ, ਰਾਈਟ। ਸੋ ਸਾਡਾ ਕੰਮ ਇਹ ਨਹੀਂ ਆ ਕਿ ਅਸੀਂ ਬਸ ਡਾਇਰੈਕਟ ਡੋਨੇਟ ਹੀ ਕਰਨਾ। ਹਾਲਾਂਕਿ ਮੈਂ 382 ਕੈਂਪੇਨ ਦੇ ਵਿੱਚੋਂ 72 ਕੈਂਪੇਨ ਮੈਂ ਖੁਦ ਸਪੋਂਸਰ ਕੀਤੇ ਨੇ। ਸੋ ਜਿਹੜੇ ਲੋਕ ਟਾਰਗੇਟ ਕਰ ਰਹੇ ਆ ਉਹ ਤੇ ਅਲਫਾ ਸਿਟੀ 'ਚ ਮੇਰਾ ਦੱਸ ਰਹੇ ਕਿ ਮੇਰਾ ਫਲੈਟ ਆ, ਸੋ ਮੈਂ ਉਹਨਾਂ ਨੂੰ ਕਹਿੰਦੀ ਕਿ ਅਲਫਾ ਸਿਟੀ ਵਾਲਾ ਫਲੈਟ ਤੁਹਾਡਾ, ਠੀਕ ਹੈ ਨਾ। ਸੋ ਸਪੋਕਸਮੈਨ ਚੈਨਲ ਜਿਹੜਾ ਅਲਫਾ ਸਿਟੀ ਉਹਨਾਂ ਨੂੰ ਗਿਫਟ ਕਰਦੇ, ਜੇ ਮੇਰਾ ਜਾਂ ਮੇਰੇ ਮੰਮੀ ਪਾਪਾ ਦਾ ਜਾਂ ਮੇਰੇ ਇਨ-ਲॉज 'ਚੋਂ ਕਿਸੇ ਦਾ ਵੀ ਉੱਥੇ ਫਲੈਟ ਨਿਕਲਦਾ ਹੈ, 1 ਕਿੱਲਾ ਜਿਹੜੀ ਜਗ੍ਹਾ ਹੋਣੇ 75 ਲੱਖ ਦੀ, ਜਿਹੜੀ ਕਲੇਮ ਕਰ ਰਹੇ ਕਿ ਉਹ ਮਤਲਬ ਦਾਅਵਾ ਕਰ ਰਹੇ ਕਿ ਉਹ ਵੀ ਮੇਰੀ ਆ, ਉਹ ਵੀ ਤੁਹਾਡੀ। ਜਿਹੜੀ ਤੁਸੀਂ ਇਨੋਵਾ ਗੱਡੀ ਮੇਰੀ ਕਹਿ ਰਹੇ ਜੇ ਉਹ ਵੀ ਤੁਹਾਡੀ, ਜਿਹੜੀ ਡਿਜ਼ਾਇਰ ਕਹਿ ਰਹੇ ਜੇ ਉਹ ਵੀ ਤੁਹਾਡੀ। ਹੋਰ ਦੱਸੋ ਮੈਂ ਕੀ ਕਰਾਂ? ਸਾਰਾ ਕੁਝ ਤੇ ਮੈਂ ਇਹਨਾਂ ਨੂੰ ਦੇਤਾ ਜਿਹੜਾ ਇਹਨਾਂ ਨੇ ਮੈਨੂੰ ਕਹਿ ਰਹੇ ਨੇ। ਸਪੋਕਸਮੈਨ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਮਾਮਲਾ ਨਿੱਜੀ NGO ਨਾਲ ਜੁੜਿਆ ਹੋਇਆ ਔਰ ਪਿਛਲੇ ਕਾਫੀ ਦਿਨਾਂ ਤੋਂ ਕੁਝ ਲੋਕਾਂ ਵੱਲੋਂ ਇਹ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਹੈ, ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਜੋ ਲੋਕ ਨਿੱਜੀ ਤੌਰ ਤੇ NGO ਚਲਾ ਰਹੇ ਨੇ ਉਹ ਹੇਰਾਫੇਰੀ ਕਰਨ ਦਾ ਜਿਹੜਾ ਆ ਉਹ ਵੀ ਉਹਨਾਂ ਦੇ ਦੋਸ਼ ਲੱਗ ਰਿਹਾ ਕਿ ਉਹ NGO ਦੇ ਨਾਂ 'ਤੇ ਜੋ ਡੋਨੇਸ਼ਨ ਲੈਂਦੇ ਨੇ ਉਹਨਾਂ ਦੇ ਵਿੱਚ ਵੱਡੇ ਪੱਧਰ 'ਤੇ ਹੇਰਾਫੇਰੀ ਕਰਕੇ ਆਪਣਾ ਜਿਹੜਾ ਕਾਰੋਬਾਰ ਸੈੱਟ ਕਰ ਰਹੇ ਨੇ। ਬੇਸ਼ੱਕ ਪਿਛਲੇ ਦਿਨੀ ਗੋਲਡੀ PP ਦਾ ਮਾਮਲਾ ਵੀ ਉੱਠ ਕੇ ਸਾਹਮਣੇ ਆਇਆ ਸੀ ਔਰ ਪਨੀਤ ਦੇ ਨਾਲ ਵੀ ਜਿਹੜਾ ਕਾਫੀ ਇਹ ਕੰਟਰੋਵਰਸੀ ਪੈਦਾ ਕੀਤੀ ਗਈ ਸੀ। ਉੱਥੇ ਇੱਕ ਨਾਂ ਬੀਤੇ ਕੱਲ ਤੋਂ ਇੱਕ ਹੋਰ ਜੁੜ ਗਿਆ ਕਿ ਮਨਦੀਪ ਕੌਰ ਸਿੱਧੂ ਟਾਂਗਰਾ ਵਿਖੇ ਇੱਕ ਸਮਾਈਲ ਕੇਅਰ NGO ਚਲਾਉਂਦੇ ਨੇ ਔਰ ਉਹ ਗਰੀਬ ਤੇ ਲੋੜਵੰਦ ਬੱਚਿਆਂ ਨੂੰ ਜਿਹੜਾ ਸ਼ੂਜ਼ ਡੋਨੇਟ ਕਰਦੇ ਨੇ। ਉਹਨਾਂ ਉੱਪਰ ਵੀ ਕੁਝ ਲੋਕਾਂ ਵੱਲੋਂ ਜਿਹੜੇ ਸਵਾਲ ਖੜੇ ਕੀਤੇ ਨੇ, ਸਾਡੇ ਨਾਲ ਉਹ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਇਸ ਮਾਮਲੇ ਦੇ ਵਿੱਚ ਕੀ ਸੱਚਾਈ ਹੈ। ਮੈਂ ਸਵਾਗਤ ਹੈ ਪਹਿਲਾਂ ਸਪੋਕਸਮੈਨ TV। ਸਤਿ ਸ਼੍ਰੀ ਅਕਾਲ ਜੀ। NGO ਖੜਾ ਕਰਨਾ ਜੀ ਮੇਰਾ ਪਹਿਲਾ ਸਵਾਲ ਹੈ। ਮਨ 'ਚ ਕਿਵੇਂ ਵਿਚਾਰ ਹੈ ਕਿ ਬੀਇੰਗ ਲੇਡੀ ਤੁਸੀਂ ਕਿਵੇਂ ਸੋਚਿਆ ਕਿ ਬਿਜ਼ਨਸ ਦੇ ਨਾਲ ਨਾਲ ਜਿਹੜਾ ਹੈ ਗਰੀਬ ਤੇ ਲੋੜਵੰਦ ਲੋਕਾਂ ਦੀ ਸੇਵਾ ਕੀਤੀ ਜਾ ਸਕਦੀ ਹੈ? ਮੈਂ ਸ਼ੁਰੂ ਤੋਂ ਹੀ ਜਦੋਂ ਦਾ ਆਪਣਾ ਬਿਜ਼ਨਸ ਸਟਾਰਟ ਕੀਤਾ ਹੈ ਹਮੇਸ਼ਾ ਹੀ ਮੈਂ ਸੋਸ਼ਲ ਐਕਟੀਵਿਟੀਜ਼ ਜਿਹੜੀਆਂ ਉਹ ਕਰਦੀ ਰਹੀ ਹਾਂ। ਮੇਰਾ ਸਿੰਬਾ ਕਾਰਡ ਤੁਸੀਂ ਸੋਸ਼ਲ ਮੀਡੀਆ ਤੇ YouTube ਤੇ ਮੇਰਾ ਚੈਨਲ ਵੀ ਦੇਖ ਸਕਦੇ ਹੋ। ਸ਼ੁਰੂ ਤੋਂ ਹੀ ਮੈਂ ਸ਼ੋ ਗਿਵਿੰਗ ਜਿਹੜੀਆਂ ਐਕਟੀਵਿਟੀਜ਼ ਕਰਦੀ ਰਹੀ। ਨਾਲ ਹੀ ਮੇਰਾ ਇੱਕ ਈਵਨਿੰਗ ਸਕੂਲ ਆ ਜਿਹੜਾ ਕਿ ਮੈਂ ਸ਼ੌਂਕ ਵਜੋਂ ਹੀ ਹਮੇਸ਼ਾ ਬੱਚਿਆਂ ਨੂੰ ਬਿਲਕੁਲ ਫ੍ਰੀ ਆਫ ਕਾਸਟ ਆਪਣੇ ਕੰਪਨੀ ਦੇ ਸਟਾਫ ਨਾਲ ਜਿਹੜਾ ਮੈਂ ਉਹਨੂੰ ਪੜ੍ਹਾਉਂਦੀ ਰਹੀ ਹਾਂ। ਸੋ ਇੱਦਾਂ ਹੀ ਮੇਰੀਆਂ ਐਕਟੀਵਿਟੀਜ਼ ਨੂੰ ਦੇਖਦੇ ਮੇਰੇ ਖੁਦ ਦੇ ਫੰਡਸ ਤੋਂ ਕੀਤੇ ਹੋਏ ਸ਼ੂ ਗਿਵਿੰਗ ਕੈਂਪੇਨਸ ਦੇਖ ਕੇ ਲੋਕ ਜਿਹੜੇ ਆ ਉਹ ਮੇਰੇ ਨਾਲ ਜੁੜਦੇ ਗਏ, ਬੜੀਆਂ ਅੱਛੀਆਂ ਫੈਮਿਲੀਜ਼। ਸੋ ਅਸੀਂ ਮਿਲ ਕੇ ਕੋਸ਼ਿਸ਼ ਕੀਤੀ ਕਿ ਅਸੀਂ ਵੱਧ ਬੱਚਿਆਂ ਨੂੰ ਸ਼ੂਜ਼ ਦੇ ਸਕੀਏ। ਫਸਟ NGO ਸਟਾਰਟ ਕੀਤਾ ਸੀ ਕਿ ਜਾਂ ਤੁਹਾਡਾ ਬਿਜ਼ਨਸ ਸੀ? ਮੇਰਾ ਬਿਜ਼ਨਸ 2011 ਦਾ ਮੈਂ ਡੋਮੇਨ ਪਰਚੇਜ਼ ਕੀਤਾ ਹੈ www.simbacard.com। ਮੈਂ ਤੇ ਮੇਰੇ ਹਸਬੈਂਡ ਨੇ 2012 'ਚ ਜਦੋਂ ਅਸੀਂ ਮਿਲੇ ਉਸ ਤੋਂ ਬਾਅਦ ਅਸੀਂ ਜਿਹੜਾ ਆਪਣਾ ਬਿਜ਼ਨਸ ਜਿਹੜਾ ਮਿਲ ਕੇ ਸਟਾਰਟ ਕੀਤਾ। ਫਿਰ ਐਜ਼ ਅ ਰਜਿਸਟਰਡ ਫਰਮ ਨਾਲ ਹੀ ਮੇਰੀ ਇੱਕ ਹੋਰ ਕੰਪਨੀ ਹੈ ਸਿੰਬਾ ਕੁਆਰਟਸ। ਸੋ ਸਿੰਬਾ ਕਾਰਡ ਤੇ ਸਿੰਬਾ ਕੁਆਰਟਸ ਜਿਹੜਾ ਹੈ ਉਹ ਲਾਸਟ 7-8 ਈਅਰਸ ਤੋਂ ਮੇਰਾ ਬਿਜ਼ਨਸ ਹੈ। NGO ਜਿਹੜੀ ਆ ਉਹ ਸੈਪਟੈਂਬਰ 2016 ਦੀ ਰਜਿਸਟਰਡ ਆ, ਬਟ NGO ਦੇ ਵਿੱਚ ਵੀ ਮੈਂ ਪਹਿਲੇ 6 ਮਹੀਨੇ 'ਚ ਸਿਰਫ ਖੁਦ ਦੇ ਫੰਡਸ ਨਾਲ ਹੀ ਕੰਮ ਕੀਤਾ। ਮੈਡਮ, ਦਾਅਵਾ ਕੀਤਾ ਜਾਂਦਾ ਤੁਹਾਡੇ ਵੱਲੋਂ ਕਿ ਤੁਹਾਡਾ ਜਿਹੜਾ ਬਿਜ਼ਨਸ ਹੈ ਟਾਪ ਕਰ ਰਹੇ ਹੋ ਤੁਸੀਂ। ਜਦੋਂ ਬਿਜ਼ਨਸ ਚੰਗਾ ਚੱਲ ਰਿਹਾ ਸੀ ਫਿਰ ਸਮਾਜ ਸੇਵਾ ਕਿਵੇਂ ਮਨ 'ਚ ਖਿਆਲ ਹੈ ਕਿ ਨਾਲ NGO ਜਿਹੜਾ ਉਹ ਸਥਾਪਿਤ ਕੀਤਾ ਜਾਵੇ? ਕਿਤੇ ਮਨ 'ਚ ਇਹ ਗੱਲ ਤਾਂ ਨਹੀਂ ਸੀ ਕਿ ਬਿਜ਼ਨਸ ਦੇ ਵਿੱਚ ਜਿਹੜਾ ਕਈ ਕੰਡੀਸ਼ਨਸ ਹੁੰਦੀਆਂ ਨੇ ਪੈਸੇ ਕਮਾਉਣ ਦੀਆਂ, ਤੇ NGO ਦੇ ਵਿੱਚ ਸਾਨੂੰ ਕਾਫੀ ਛੂਟ ਮਿਲ ਜਾਂਦੀ ਹੈ, ਕਾਫੀ ਓਲਾ ਪੜਦਾ ਹੁੰਦਾ ਹੈ। ਕਿਤੇ ਇਸ ਤਰ੍ਹਾਂ ਦੀ ਕੋਈ ਗਲਤ ਨਹੀਂ ਸੀ ਪਿੱਛੇ ਚੱਲਦੀ ਮਾਈਂਡ ਦੀ?
ਇਹਦਾ ਮੇਰੇ ਕੋਲ ਇੱਕ ਹੀ ਜਵਾਬ ਆ ਕਿ ਜੇ ਕੋਈ ਵੀ ਇਹ ਸਾਬਿਤ ਕਰ ਦੇ ਕਿ ਲੱਖਾਂ ਰੁਪਏ ਮੈਂ ਆਪਣੀ NGO ਦੇ ਵਿੱਚੋਂ ਮੈਂ ਆਪਣੇ ਬਿਜ਼ਨਸ ਦੇ ਵਿੱਚੋਂ ਜਿਹੜੀ ਆ ਉਹ ਆਪਣੀ NGO ਨੂੰ ਨਹੀਂ ਦਿੱਤੇ, ਤੇ ਉਹਦੇ ਲਈ ਮੈਂ ਖੁਦ 10 ਲੱਖ ਦਾ ਇਨਾਮ ਰੱਖਿਆ। ਬਾਕੀ ਮੈਂ ਉਹਨਾਂ ਵਿੱਚੋਂ ਮੈਨੂੰ ਕਿਸੇ ਚੀਜ਼ ਦੀ ਘਾਟ ਨਹੀਂ ਆ। ਮੈਂ ਆਲਰੇਡੀ US ਵੈਲ ਸੈਟਲਡ ਆ, ਮੇਰਾ ਖੁਦ ਦਾ ਘਰ ਆ, ਖੁਦ ਦਾ ਐਵਰੀਥਿੰਗ ਆਈ ਹੈਵ। ਮੋਹਾਲੀ ਮੇਰਾ ਘਰ ਆ, ਸੋ ਆਈ ਐਮ ਆਲਰੇਡੀ ਵੈਲ ਸੈਟਲਡ। ਤੇ ਮੈਨੂੰ ਜਿਹੜੀ ਆ ਉਹ NGO ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਉਹਨੂੰ ਆਪਣੇ ਲਈ ਯੂਜ਼ ਕਰਨ ਦੀ ਜ਼ਰੂਰਤ ਨਹੀਂ ਆ, ਬਿਕੋਜ਼ ਕਿ ਮੇਰੀ ਇੱਕ ਬੇਸਿਕ ਬੈਕਗਰਾਊਂਡ ਆ। ਫਿਰ ਵੀ ਮੈਂ ਮੋਹਾਲੀ ਵਰਗੇ, ਚੰਡੀਗੜ੍ਹ ਵਰਗੇ, ਆਪਣੇ US ਵਰਗੇ ਘਰਾਂ ਨੂੰ ਇਹਨੂੰ ਸੈਕੰਡਰੀ ਰੱਖ ਕੇ ਮੈਂ ਆਪਣੇ ਪਿੰਡ ਵਿੱਚ ਕਾਰੋਬਾਰ ਕਰ ਰਹੀ, ਬਿਕੋਜ਼ ਮੈਂ ਦੂਸਰਿਆਂ ਲਈ ਅੱਛਾ ਕਰਨਾ ਚਾਹੁੰਦੀ ਹਾਂ। ਮੈਂ ਬਿਲੀਵ ਕਰਦੀ ਕਿ ਪੜ੍ਹ ਕੇ ਵਧੀਆ ਕੰਮ ਕਰਕੇ ਜਿਹੜਾ ਵਾ ਅਸੀਂ ਹੋਰ ਬਹੁਤ ਸਾਰੀਆਂ ਮਨਦੀਪ ਕੌਰ ਸਿੱਧੂ ਤੇ ਉਹਨਾਂ ਤੋਂ ਵੀ ਵਧੀਆ ਜਿਹੜੀਆਂ ਕੁੜੀਆਂ ਜਿਹੜੀਆਂ ਬਣਾ ਸਕਦੇ ਆ, ਆਪਣੇ ਬੱਚਿਆਂ ਨੂੰ ਉਹਨਾਂ ਤੋਂ ਵੀ ਬੈਟਰ ਬਣਾ ਸਕਦੇ। ਸੋ ਮੇਰੀ ਸੋਚ ਇਹ ਆ ਦੂਸਰਿਆਂ ਦੀ ਮਦਦ ਕਰਨੀ, ਤੇ ਅੱਗੋਂ ਵੀ ਆਉਣ ਵਾਲੇ ਸਮੇਂ 'ਚ ਤੇ ਹੁਣ ਵੀ ਮੇਰੀ ਹਮੇਸ਼ਾ ਕੋਸ਼ਿਸ਼ ਹੈ ਕਿ ਮੇਰਾ ਬਿਜ਼ਨਸ ਹਮੇਸ਼ਾ ਸਿਖਰ ਤੇ ਰਵੇ, ਵੱਧ ਤੋਂ ਵੱਧ ਜਿਹੜਾ ਉਹਦੀ ਟਰਨਓਵਰ ਹੋਵੇ ਤੇ ਉਹਦੇ 'ਚੋਂ ਮੈਂ ਵੱਧ ਤੋਂ ਵੱਧ ਦਸਵੰਧ ਕੱਢਾਂ ਤੇ ਮੈਂ ਖੁਦ ਵੱਧ ਤੋਂ ਵੱਧ ਜਿਹੜਾ ਕੰਟਰੀਬਿਊਟ ਕਰ ਸਕਾਂ। ਇੱਕ ਗੱਲ ਹੋਰ ਕੀਤੀ ਜਾ ਰਹੀ ਹੈ ਕਿ ਜੋ ਤੁਸੀਂ ਸ਼ੂਜ਼ ਡੋਨੇਟ ਕਰਦੇ ਹੋ ਉਹ ਤੁਹਾਡੀ ਕੋਈ ਆਪਣੀ ਕੰਪਨੀ ਦੇ ਨਾਲ ਤੁਹਾਡਾ ਟਾਈ ਅਪ ਹੋਇਆ ਹੈ। ਤੁਸੀਂ ਜਦੋਂ ਵੀ ਸ਼ੂ ਡੋਨੇਟ ਕਰਨੇ ਹੁੰਦੇ ਆ ਜਾਂ ਕੋਈ ਡੋਨੇਟਰ ਤੁਹਾਨੂੰ ਕਹਿੰਦਾ ਕਿ ਜੀ ਮੈਂ ਸੇਵਾ ਕਰ ਦਿੰਦਾ, ਤੁਸੀਂ ਉਹਦੇ ਕੋਲ ਬਾਈ ਚੈੱਕ ਲੈਂਦੇ ਹੋ ਜਾਂ ਕੈਸ਼ ਮਨੀ ਲੈਂਦੇ ਹੋ, ਤੇ ਸ਼ੂ ਤੁਸੀਂ ਉੱਥੋਂ ਪਰਚੇਜ ਕਰਦੇ ਜਿੱਥੇ ਤੁਹਾਡੀ ਪਹਿਲਾਂ ਹੀ ਸੈਟਿੰਗ ਹੋ ਚੁੱਕੀ ਹੁੰਦੀ ਹੈ। ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਜਾਂ ਪੈਸਿਆਂ ਦੇ ਲੈਣ ਦੇਣ 'ਚ ਕੀ ਚੱਕਰ ਹੈ? ਮੇਰੇ ਸਿੱਧੇ ਟਾਈ-ਅਪਸ ਹੈਗੇ ਨੇ। ਸੌਕਰ ਇੰਟਰਨੈਸ਼ਨਲ ਮੈਂ ਪਹਿਲਾਂ ਹੀ ਦੱਸਿਆ 50,000 ਸ਼ੂ ਟੂ ਗਿਵ ਮਿਸ਼ਨ ਜਦੋਂ ਦਾ ਮੇਰਾ ਸਟਾਰਟ ਹੋਇਆ, ਤੇ ਪਲੱਸ ਜਿਹੜੀ ਮੇਰੀ ਖੁਦ ਦੀ ਕੰਪਨੀ ਆ ਸਿੰਬਾ ਕਾਰਟ, ਉਹਦੇ ਵਿੱਚ ਸਾਰੇ ਚੈੱਕ ਕਰ ਸਕਦੇ। ਉਹਦੇ ਵਿੱਚ ਸਿਰਫ 2 ਕਿਸਮ ਦੇ ਸ਼ੂਜ਼ ਆ, ਜਿਹੜੇ ਪੰਜਾਬੀ ਜੁੱਤੀਆਂ ਤੇ ਲੋਫਰਸ ਜਿਹੜੇ ਕਿ ਵੱਡਿਆਂ ਦੇ ਮੈਨ ਸ਼ੂਜ਼ ਆ। ਉਹਦੇ ਵਿੱਚ ਕੋਈ ਛੋਟੇ ਬੱਚਿਆਂ ਦੇ ਸ਼ੂਜ਼ ਨਹੀਂ। ਪਲੱਸ ਮੈਨੂੰ ਇਹ ਸ਼ੁਰੂ ਤੋਂ ਹੀ ਕਲੀਅਰ ਸੀ, ਮੇਰੀ ਅਕਾਊਂਟਿੰਗ ਟੀਮ ਨੂੰ ਵੀ ਕਲੀਅਰ ਸੀ, ਮੈਂ ਕਦੇ ਵੀ ਅੱਜ ਤੱਕ ਨਾ ਹੀ ਆਪਣੇ ਕਿਸੇ ਵੈਂਡਰ ਕੋਲੋਂ ਜਿਹੜਾ ਕਿ ਮੇਰਾ ਕੰਪਨੀ ਨਾਲ ਕਨੈਕਟਡ ਹੋਵੇ ਉਹਦੇ ਕੋਲ ਸ਼ੂ ਪਰਚੇਜ਼ ਕੀਤਾ ਹੈ, ਤੇ ਨਾ ਹੀ ਮੈਂ ਕਦੀ ਆਪਣੀ ਖੁਦ ਦੀ ਕੰਪਨੀ ਕੋਲੋਂ ਕਦੀ ਮੈਂ ਸ਼ੂ ਪਰਚੇਜ਼ ਕੀਤਾ ਹੈ। ਤੇ ਜਿੰਨੇ ਵੀ ਜਿਹੜੀਆਂ ਵੀ ਕੰਪਨੀਜ਼ ਤੋਂ ਮੈਂ ਸ਼ੂ ਪਰਚੇਜ਼ ਕੀਤੇ ਨੇ ਜਾਂ ਜਿਹੜੇ ਵੀ ਵੈਂਡਰਸ ਤੋਂ ਮੈਂ ਸ਼ੂ ਪਰਚੇਜ਼ ਕੀਤੇ ਨੇ, ਮੈਨੂੰ ਸੁਣਨ ਵਾਲਿਆਂ ਨੂੰ ਪਤਾ ਹੈ, ਮੇਰੀਆਂ ਲਾਈਵ ਵੀਡੀਓਜ਼ ਮੈਂ ਹਮੇਸ਼ਾ ਉਹਨਾਂ ਦੇ ਨਾਮ ਜਨਤਕ ਕੀਤੇ ਨੇ, ਸਿੱਧੇ ਉਹਨਾਂ ਦੇ ਨੰਬਰ ਦਿੱਤੇ ਨੇ, ਤੇ ਮੇਰੇ ਬਹੁਤ ਸਾਰੇ ਡੋਨਰਸ ਨੇ ਡਾਇਰੈਕਟਲੀ ਉਹਨਾਂ ਨੂੰ ਪੇ ਕਰਕੇ, ਜਿੱਦਾਂ ਸੌਕਰ ਇੰਟਰਨੈਸ਼ਨਲ ਜਲੰਧਰ ਆ, ਉੱਥੋਂ ਪੇ ਕਰਕੇ ਅਸੀਂ ਬਸ ਸ਼ੂਜ਼ ਹੀ ਲਏ ਨੇ। ਤੇ ਇਹ ਵੀ ਮੈਂ ਇੱਥੇ ਮੈਂਸ਼ਨ ਕਰਨਾ ਚਾਹੁੰਦੀ ਕਿ ਤੁਹਾਡਾ ਬਹੁਤ ਹੀ ਵੱਡਾ ਵਹਿਮ ਆ ਕਿ ਹਰ ਕੋਈ ਪੈਸੇ ਭੇਜਦਾ ਹੈ ਤੇ ਫਿਰ ਅਸੀਂ ਸ਼ੂਜ਼ ਖਰੀਦਦੇ ਹਾਂ। ਬਹੁਤ ਸਾਰੇ ਐਸੇ ਪਿੰਡ ਨੇ ਜਿਨ੍ਹਾਂ ਨੇ ਸ਼ੂਜ਼ ਆਪੇ ਖਰੀਦੇ ਨੇ, ਮੈਨੂੰ ਜਸਟ ਵੈਸੇ ਹੀ ਬੁਲਾਇਆ ਉਹਨਾਂ ਨੇ। ਨਹੀਂ, ਇਹ ਕਿਹਾ ਜਾਂਦਾ ਸੀ, ਅਸੀਂ ਜਦੋਂ ਤੁਹਾਡੇ ਕੋਲ ਆਉਣਾ ਸੀ ਨਾ, ਅਸੀਂ ਪਹਿਲਾਂ ਪਤਾ ਕੀਤਾ, ਉਹਨਾਂ ਕਿਹਾ ਕਿ ਸਾਨੂੰ ਇਹ ਕਿਹਾ ਜਾਂਦਾ ਕਿ ਇੰਨੀ ਜਿਹੜਾ ਦਾ ਪ੍ਰਾਈਸ ਬਣਦਾ ਹੈ ਤੇ ਸਾਨੂੰ ਉਹਦਾ ਤੁਸੀਂ ਚੈੱਕ ਦੇ ਦਿਓ ਸਾਡੀ NGO ਦੇ ਜਿਹੜਾ ਨਾਂ ਦਾ। ਇਹ 'ਚ ਕਿੰਨੀ ਸੱਚਾਈ? ਤੇ ਬਿਲਕੁਲ ਇਹੀ ਮੈਂ ਕਹਾਂਗੀ ਕਿ ਜੇ ਤੁਸੀਂ ਸਪੋਜ਼ ਤੁਹਾਡੇ ਉੱਥੇ ਸ਼ੂ ਕੈਂਪੇਨ ਤੇ 20,000 ਰੁਪੀਜ਼ ਲੱਗਣੇ ਆ, ਤੇ ਆਬਵੀਅਸਲੀ ਅਸੀਂ ਪਹਿਲਾਂ ਕਹਾਂਗੇ ਕਿ ਤੁਸੀਂ ਪਹਿਲਾਂ ਵੈਂਡਰ ਨੂੰ ਜਾਂ NGO ਦੇ ਅਕਾਊਂਟ ਤੁਸੀਂ ਪੇ ਕਰ ਦਿਓ। NGO ਇੱਕ ਰਜਿਸਟਰਡ ਫਰਮ ਆ, ਉਹਦਾ HDFC 'ਚ ਪ੍ਰੋਪਰ ਅਕਾਊਂਟ ਹੈਗਾ, ਸੋ ਇਹਦੇ ਵਿੱਚ ਤੇ ਕੋਈ ਗੱਲ ਨਹੀਂ। ਆਬਵੀਅਸਲੀ ਪਹਿਲਾਂ ਡੋਨਰ ਜਿਹੜਾ ਉਹ ਪੇ ਕਰੇਗਾ, ਫਿਰ ਹੀ ਵੈਂਡਰ ਨੂੰ ਪੈਸੇ ਜਾਣਗੇ, ਫਿਰ ਹੀ ਸ਼ੂਜ਼ ਆਣਗੇ, ਸੌਕਸ ਆਣਗੀਆਂ, ਫਿਰ ਹੀ ਅਸੀਂ ਗੱਡੀ ਵੇਖਾਂਗੇ ਕਿ ਉਹ ਗੱਡੀ ਲੈ ਕੇ ਜਾਣੀ ਹੈ, ਤੇ ਤਾਂ ਹੀ ਅਸੀਂ ਉੱਥੇ ਜਾ ਸਕਾਂਗੇ। ਜੇ ਪੈਸੇ ਹੀ ਨਹੀਂ ਆਣਗੇ ਤੇ ਫਿਰ ਅਸੀਂ ਕਿੱਦਾਂ ਕਰਾਂਗੇ? ਇਹ ਤੁਸੀਂ ਸਮਾਜ ਸੇਵਾ ਕਰਦੇ ਹੋ, ਖਰਚਾ ਵੀ ਆਉਂਦਾ ਹੈ, ਗੱਡੀਆਂ ਲੈ ਕੇ ਜਾਣਾ, ਨਾਲ ਟੀਮ ਨੇ ਜਾਣਾ, ਉਹਦਾ ਵੀ ਰਸਤੇ 'ਚ ਖਰਚਾ ਆਉਂਦਾ ਹੈ, ਫਿਰ ਉਹਨੂੰ ਕਿਵੇਂ ਮੈਨੇਜ ਕਰਦੇ ਹੋ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਸਿਰਫ ਸਮਾਜ ਸੇਵਾ ਹੀ ਕਰ ਰਹੇ? ਮੈਨੂੰ ਤੇ ਉਹੀ ਕਿਹਾ ਕਿ ਬਹੁਤ ਹੀ ਵਧੀਆ ਅੱਜ ਮੌਕਾ ਮਿਲ ਗਿਆ। ਮੈਨੂੰ ਲੱਗਦਾ ਸੀ ਕਿ ਕਦੀ ਪਤਾ ਨਹੀਂ ਇਹੋ ਜਿਹਾ ਟਾਈਮ ਆਏਗਾ ਵੀ ਨਹੀਂ, ਜੇ ਕੋਈ ਇਹ ਪ੍ਰੂਵ ਕਰਦੇ ਕਿ ਜਿਹੜੀ ਮੇਰੀ NGO ਦੀ ਗੱਡੀ ਆ, ਰਾਈਟ, ਉਹਦੀ ਡਾਊਨ ਪੇਮੈਂਟ ਮੈਂ ਖੁਦ ਨਹੀਂ ਕੀਤੀ ਤੇ ਅੱਜ ਤੱਕ ਮੈਂ ਉਹਦੀਆਂ ਕਿਸ਼ਤਾਂ ਖੁਦ ਨਹੀਂ ਦੇ ਰਹੀ, ਤੇ ਮੇਰੇ ਨਾਲ ਆ ਕੇ ਗੱਲ ਕਰੇ, ਠੀਕ ਹੈ। ਇਸ ਚੀਜ਼ ਦੇਖੋ, ਮੇਰੀ ਸਟਾਫ ਦੀ ਕੋਈ ਤਰ੍ਹਾਂ ਦੀ ਸੈਲਰੀ ਹੈ, ਭਾਵੇਂ ਮੇਰੇ ਈਵਨਿੰਗ ਸਕੂਲ ਦੇ ਟੀਚਰਸ ਆ, ਭਾਵੇਂ ਮੇਰਾ ਆਪਣਾ ਸਟਾਫ ਆ, ਉਹ ਵੀ ਮੈਂ ਖੁਦ ਪੇ ਕਰਦੀ। ਕਦੀ ਮੈਨੂੰ ਕੋਈ ਡੋਨਰ ਸਾਹਮਣੇ ਆ ਕੇ ਕਹਦੇ ਕਿ ਮਨਦੀਪ ਤੂੰ ਰੈਂਟ ਲਈ ਕਦੀ ਸਾਡੇ ਕੋਲ ਪੈਸੇ ਮੰਗੇ। ਮੈਂ 4 ਸਾਲ ਹੋ ਗਏ ਈਵਨਿੰਗ ਸਕੂਲ ਚਲਾਉਂਦੇ, ਮੇਰੇ ਕੋਲ ਪਿੱਛੇ 60-70 ਬੱਚਿਆਂ ਦੀ ਪੂਰਾ ਤੁਸੀਂ ਉਹਨਾਂ ਨਾਲ ਕੱਲੇ ਬੱਚੇ ਨਾਲ ਗੱਲ ਕਰ ਸਕਦੇ ਹੋ ਕਿ ਕਿੱਦਾਂ ਅਸੀਂ ਕਰਦੇ ਹਾਂ। ਕਦੀ ਕਿਸੇ ਨੇ ਮੈਨੂੰ ਕਿਹਾ ਹੋਵੇ ਕਿ ਮਨਦੀਪ ਤੁਹਾਡਾ ਰੈਂਟ, ਤੁਹਾਡੀ ਇਲੈਕਟ੍ਰਿਸਿਟੀ ਜਾਂ ਤੁਹਾਡਾ ਸਟਾਫ ਆ, ਉਹਦੇ ਤੁਸੀਂ ਸਾਡੇ ਕੋਲੋਂ ਪੈਸੇ ਲਏ ਸੀ ਜਾਂ ਤੁਸੀਂ ਕੀਤਾ ਸੀ? ਸ਼ੁਰੂ ਤੋਂ ਹੀ ਮੈਂ ਆਪਣੀ NGO ਦਾ ਜਿੰਨਾ ਫਿਕਸਡ ਕਾਸਟ ਹੈਗੀ ਆ, ਆਪਰੇਸ਼ਨਲ ਕਾਸਟ ਆ, ਉਹ ਮੈਂ ਮੈਕਸਿਮਮ ਖੁਦ ਬੇਅਰ ਕੀਤੀ ਆ। ਇਸੇ ਕਰਕੇ ਮੈਂ ਕਹਿੰਦੀ ਆ ਕਿ ਕੋਈ ਆ ਕੇ ਪ੍ਰੂਵ ਕਰੇ ਕਿ ਮਨਦੀਪ ਨੇ ਕੋਲੋਂ ਲੱਖਾਂ ਰੁਪਏ NGO ਨੂੰ ਨਹੀਂ ਦਿੱਤੇ। NGO ਸਟਾਰਟ ਕਰਨ ਵੇਲੇ ਤੁਹਾਡੇ ਕੋਲ ਕਿਹੜੀ ਗੱਡੀ ਸੀ? NGO ਸਟਾਰਟ ਕਰਨ ਵੇਲੇ ਮੇਰੇ ਕੋਲ i10 ਸੀ, ਮੇਰੇ ਕੋਲ i20 ਸੀ, ਮੇਰੇ ਕੋਲ ਇਓਨ ਸੀ, ਰਾਈਟ। ਸੋ ਮੇਰੇ ਆਪਣੇ ਫੈਮਿਲੀ ਮੈਂਬਰਸ ਨੇ, ਮੇਰੀ ਆਪਣੀ ਇਨ-ਲॉज ਦੀ ਇੱਥੇ ਮੇਰੇ ਕੋਲ ਮੋਹਾਲੀ ਦੇ ਵਿੱਚ 2 ਗੱਡੀਆਂ ਨੇ। ਸੋ
ਗੱਡੀਆਂ ਤੇ ਜਿੱਦਾਂ ਜਿੱਦਾਂ ਮੈਨੂੰ ਲੋੜ ਪੈਂਦੀ ਗਈ ਗੱਡੀ ਐਡ ਹੁੰਦੀ ਗਈ। ਮਤਲਬ ਕਿ NGO ਸਟਾਰਟ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਜੇ ਮੰਨ ਲਿਆ ਜਾਵੇ 3 ਗੱਡੀਆਂ ਸਨ, ਹੁਣ ਤੁਸੀਂ ਪਿਛਲੇ ਦਿਨ ਦਾਅਵਾ ਕੀਤਾ ਸੀ 6 ਗੱਡੀਆਂ ਨੇ। ਇਹ ਜਿਹੜੀਆਂ ਬਾਕੀ 3 ਗੱਡੀਆਂ ਪਰਚੇਜ਼ ਕਰਨ ਦੇ ਵਿੱਚ NGO ਦਾ ਕੀ ਰੋਲ ਹੈ? ਹਾਂ, NGO ਦਾ ਰੋਲ ਆ ਬਿਲਕੁਲ। ਫਸਟ ਕਿ ਮੇਰੇ ਕੋਲ ਟਰੈਵਲਰ ਆ, ਟਰੈਵਲਰ ਦੇ ਵਿੱਚ 12 ਤੋਂ 13 ਜਾਣੇ ਇੱਕ ਟਾਈਮ 'ਚ ਬੈਠ ਜਾਂਦੇ ਨੇ, ਉਹ ਮੇਰੇ ਸਟਾਫ ਦੇ ਵਾਸਤੇ ਆ। ਮੇਰਾ 50 ਬੰਦਿਆਂ ਦਾ ਇੱਥੇ ਸਟਾਫ ਆ, ਵੂਮਨ ਸਟਾਫ ਮੇਰੇ ਕੋਲ ਆਂਦਾ ਹੈ। ਤੁਸੀਂ ਪੁੱਛੋ ਮੇਰੇ ਸਟਾਫ ਨੂੰ ਕਿ ਅਸੀਂ 3 ਸਾਡੇ ਕੋਲ ਗੱਡੀਆਂ ਨੇ, 2 ਸਾਡੇ ਕੋਲ ਕਾਰਾਂ ਨੇ, ਜਿਹਦੇ ਵਿੱਚ ਬਿਕੋਜ਼ ਅਸੀਂ ਇੱਕ ਪਿੰਡ 'ਚ ਬੈਠੇ ਆ। ਇੱਥੇ ਵੱਖ-ਵੱਖ ਜਗ੍ਹਾ ਤੋਂ ਇੰਪਲੋਈਜ਼ ਆਉਂਦੇ ਨੇ, ਸਾਰੇ ਇੰਪਲੋਈਜ਼ ਲੋਕਲ ਨਹੀਂ ਆ, ਰਾਈਟ। ਅਸੀਂ NGO ਦੀ ਗੱਡੀ ਦੀ ਗੱਲ ਕਰ ਲਈਏ, ਹਾਲਾਂਕਿ ਮੈਂ ਇਹਦਾ ਵੀ ਪੂਰਾ ਦਾਅਵਾ ਕਰਦੀ ਹਾਂ ਕਿ ਉਹਦਾ ਡਾਊਨ ਪੇਮੈਂਟ ਤੇ ਮੈਕਸਿਮਮ ਉਹਦੀ ਕਿਸ਼ਤਾਂ ਦੀ ਭਰਪਾਈ ਮੈਂ ਖੁਦ ਕੀਤੀ ਆ, ਰਾਈਟ। ਆਲਮੋਸਟ ਸਾਰੀ 95%। ਤੇ ਉਹਨੂੰ ਵੀ ਮੈਂ ਕਿਉਂ ਪਰਚੇਜ਼ ਕੀਤਾ? ਕਿਉਂਕਿ ਜਿੱਥੇ ਵੀ ਅਸੀਂ ਜਾਂਦੇ ਸੀ ਸਾਨੂੰ ਇੱਕ ਓਮਨੀ ਗੱਡੀ ਲੈ ਕੇ ਜਾਣੀ ਪੈਂਦੀ ਸੀ, ਜਿਹਦੇ ਵਿੱਚ ਸਾਡੇ ਸ਼ੂਜ਼ ਜਾਂਦੇ ਸੀ, ਰਾਈਟ। 60 70 100 ਜਿੰਨੇ ਵੀ ਸ਼ੂਜ਼ ਆ, ਤੇ ਨਾਲ ਸਾਨੂੰ ਇੱਕ ਦੂਜੀ ਕਾਰ ਲੈ ਕੇ ਜਾਣੀ ਪੈਂਦੀ ਸੀ। ਹੁਣ ਅਸੀਂ ਆਪਣੀ ਕਾਸਟ ਨੂੰ ਰਿਡਿਊਸ ਕਰਨ ਵਾਸਤੇ ਤੇ ਅਸੀਂ ਸਾਰੀ ਟੀਮ ਇੱਕੋ 'ਚ ਜਾ ਸਕੀਏ, ਉਹਦੇ ਵਿੱਚ ਹੀ ਸਾਡਾ ਸਮਾਨ ਜਾ ਸਕੇ। ਇਸ ਕਰਕੇ ਮੇਰੇ ਲਾਸਟ ਈਅਰ ਜਦੋਂ ਮੇਰੇ ਹਸਬੈਂਡ ਇੱਥੇ ਆਏ ਸੀ, ਉਦੋਂ ਮੈਂ V-Cross ਗੱਡੀ ਪਰਚੇਜ਼ ਕੀਤੀ। ਕੈਸ਼ ਡੋਨੇਸ਼ਨ ਕਿੰਨੀ ਕੁ ਲੈ ਚੁੱਕੇ ਹੁਣ ਤੱਕ ਤੁਸੀਂ? ਕੈਸ਼ ਡੋਨੇਸ਼ਨ ਅਸੀਂ ਸ਼ੁਰੂਆਤ ਦੇ ਵਿੱਚ 2000 ਦੀ ਅਮਾਊਂਟ ਤੋਂ ਉੱਪਰ ਕਦੀ ਨਹੀਂ ਲਈ, ਤੇ ਉਸ ਤੋਂ ਬਾਅਦ ਸਾਨੂੰ ਅਕਾਊਂਟਿੰਗ ਤੋਂ ਸਾਨੂੰ ਇਹ ਇਨਫੋਰਮੇਸ਼ਨ ਹੈ ਕਿ 10,000 ਤੱਕ ਅਸੀਂ ਲੈ ਸਕਦੇ ਹਾਂ ਕੈਸ਼। ਤੇ ਮੈਂ ਕਦੀ ਵੀ ਕੈਸ਼ ਵੀ ਡਾਇਰੈਕਟ ਯੂਜ਼ ਨਹੀਂ ਕੀਤਾ। ਮੇਰੀ ਹਰ ਕੈਸ਼ ਦੀ ਐਂਟਰੀ ਦੀ ਵੀ ਬੈਂਕ 'ਚ ਐਂਟਰੀ ਹੈਗੀ ਆ। ਸੋ ਮੈਨੂੰ ਕੋਈ ਐਸਾ ਡੋਨਰ ਦਾਅਵਾ ਕਰਦੇ, 4 ਸਾਲ ਦਾ ਮੇਰਾ ਰਿਕਾਰਡ ਆ, ਮੈਂ ਇੱਕ ਡੋਨਰ ਨੂੰ ਅਜੇ ਤੱਕ ਫੋਨ ਨਹੀਂ ਕੀਤਾ, ਕਿਸੇ ਨੂੰ ਕੁਛ ਨਹੀਂ ਕਿਹਾ। 4 ਸਾਲ 'ਚ ਵੇਖੋ ਬਹੁਤ ਸਾਰੇ ਲੋਕ ਤੁਹਾਡੇ ਨਾਲ ਜੁੜ ਜਾਂਦੇ ਨੇ। ਮੈਨੂੰ 4 ਸਾਲ ਦੇ ਰਿਕਾਰਡ 'ਚ ਮੈਨੂੰ ਕੋਈ ਐਸਾ ਡੋਨਰ ਆ ਕੇ ਕਹਿ ਦੇ ਕਿ ਮਨਦੀਪ ਤੁਸੀਂ ਸਾਨੂੰ ਰਿਸਿਪਟ ਨਹੀਂ ਦਿੱਤੀ ਸੀ, ਤੁਸੀਂ ਸਾਨੂੰ ਈਮੇਲ ਨਹੀਂ ਕੀਤੀ ਸੀ। ਸੋ ਮੈਂ ਇੰਨਾ ਕੌਨਫੀਡੈਂਸ ਰੱਖਦੀ ਹਾਂ ਅੱਜ, ਕਿਉਂਕਿ ਮੈਂ ਇੰਨਾ ਕੰਮ ਬਕਾਇਦਾ ਰਿਟਨ ਦੇ ਵਿੱਚ ਕੀਤਾ ਹੋਇਆ, ਪ੍ਰੋਪਰ ਆਪਣੀ ਅਕਾਊਂਟਿੰਗ। ਮੇਰਾ ਆਡਿਟ ਹੁੰਦਾ ਮੇਰੀ ਫਰਮ ਦਾ, ਮੇਰੀ ਇੱਕ ਰਜਿਸਟਰਡ NGO ਆ, ਸਾਲਾਨਾ ਆਡਿਟ ਹੁੰਦਾ ਸਾਡਾ। ਤੁਸੀਂ ਦਾਅਵਾ ਕਰਦੇ ਹੋ ਕਿ ਤੁਸੀਂ ਇੱਕ ਸਫਲ ਸਮਾਜ ਸੇਵਕਾ ਬਣ ਚੁੱਕੇ ਹੋ, ਕਿ ਸਮਾਜ ਦੀ ਤੁਸੀਂ ਸੇਵਾ ਕੀਤੀ ਹੈ। ਮੰਨਦੇ ਹੋ ਕਿ ਸਫਲ ਸਮਾਜ ਸੇਵਕਾ ਬਣ ਚੁੱਕੇ ਹੋ? ਸਫਲ ਮੈਂ ਇਸ ਸਮਾਜ ਸੇਵਾ 'ਚ ਕੋਈ ਸਫਲਤਾ ਦੀ ਗੱਲ ਨਹੀਂ ਹੈ, ਇਹ ਤੇ ਕੰਟੀਨਿਊਸ ਪ੍ਰੋਸੈਸ ਹੈਗਾ। ਬਾਕੀ ਮੈਨੂੰ ਇਹਦੇ ਵਿੱਚ ਮੈਂ ਤੇ ਖੁਦ ਚਾਹੁੰਦੀ ਹਾਂ, ਮੈਂ ਤੁਹਾਡੇ ਚੈਨਲ ਰਾਹੀਂ ਵੀ ਕਹਿੰਦੀ ਕਿ ਮੈਨੂੰ ਕੋਈ ਸਮਾਜ ਸੇਵਕ ਦਾ ਟੈਗ ਨਹੀਂ ਚਾਹੀਦਾ। ਮੈਂ ਇੱਕ ਬਹੁਤ ਵਧੀਆ ਬਿਜ਼ਨਸ ਵੂਮਨ ਹਾਂ, ਮੇਰੇ ਕੋਲ 50 ਦਾ ਸਟਾਫ ਆ, 8 ਸਾਲ ਹੋ ਗਏ ਮੈਨੂੰ ਕੰਮ ਕਰਦੇ। ਮੇਰੀ ਇਹ ਲਿਆਕਤ ਹੈ ਕਿ ਮੈਂ ਯੂਨੀਵਰਸਿਟੀ ਟੌਪਰ ਆ, ਵਧੀਆ ਅੱਛੇ ਤੋਂ ਅੱਛੇ ਇੰਸਟੀਚਿਊਟ ਦੇ ਵਿੱਚ ਮੈਂ ਆਪਣਾ ਐਂਟਰਪ੍ਰੀਨਿਓਰਸ਼ਿਪ ਤੇ ਬਿਜ਼ਨਸ ਤੇ ਮੈਂ ਆਪਣੇ ਲੈਕਚਰਸ ਕੀਤੇ ਨੇ। ਸੋ ਇਟਸ ਲਾਈਕ ਕਿ ਆਈ ਐਮ ਟੋਟਲੀ ਫਾਈਨ। ਮੈਨੂੰ ਨਾ ਬਿਜ਼ਨਸ 'ਚ ਸਫਲ ਦਾ ਟੈਗ ਚਾਹੀਦਾ, ਨਾ ਸਮਾਜ ਸੇਵਕ ਦਾ। ਮੈਨੂੰ ਜੋ ਮੈਂ ਕਰ ਰਹੀ ਮੈਂ ਉਹਦੇ 'ਚ ਖੁਸ਼ ਹਾਂ, ਜਿੱਥੇ ਮੈਂ ਹੈਗੀ ਹਾਂ। ਜੇ ਮੈਂ ਇੰਨਾ ਹੀ ਸਫਲ ਹੋਣ ਦੇ ਟੈਗ ਲਾਣੇ ਹੁੰਦੇ, ਮੋਹਾਲੀ 'ਚ ਮੇਰੇ ਖੁਦ ਦੇ ਘਰ ਦਾ ਇੰਨੀ ਸਪੇਸ ਆ, ਇੰਨੀ ਮੇਰੇ ਕੋਲ ਜਗ੍ਹਾ, ਮੈਂ ਉੱਥੇ ਆਪਣਾ ਆਫਿਸ ਬਣਾ ਸਕਦੀ ਸੀ। ਸਿਰਫ ਰੂਰਲ 'ਚ ਰਹਿਣ ਦਾ ਮੇਰਾ ਇੱਕ ਹੀ ਕਾਰਨ ਹੈ ਕਿ ਮੈਂ ਇਸ ਏਰੀਆ ਨੂੰ ਡਿਵੈਲਪ ਕਰਨਾ ਚਾਹੁੰਦੀ, ਤੇ ਮੈਂ ਕੀਤਾ ਵੀ ਆ। ਤੁਸੀਂ ਪੋਸਟਰ ਵਗੈਰਾ ਦੇ ਉੱਤੇ ਜਿਹੜਾ ਲਿਖਦੇ ਹੋ ਸਮਾਜ ਸੇਵਕਾ ਮਨਦੀਪ ਕੌਰ ਸਿੱਧੂ, ਤੁਸੀਂ ਆਪਣੇ ਆਪ ਨੂੰ ਮੰਨਦੇ ਹੋ ਤਾਂ ਹੀ ਉਹ ਸ਼ੋਅ ਆਫ ਕਰਦੇ ਹੋ ਉਹਨੂੰ? ਨਹੀਂ, ਤੁਸੀਂ ਮੈਨੂੰ ਦਿਖਾਓ ਕਿ ਕਿੱਥੇ ਮੈਂ ਸੋਸ਼ਲ ਵਰਕਰ, ਮਤਲਬ ਕਿ ਮੈਂ ਆਪਣੇ ਆਪ ਨੂੰ ਮੈਂ 1 ਲਾਈਨ ਜ਼ਰੂਰ ਲਿਖਦੀ ਹਾਂ ਕਿ ਮੈਂ ਟੈਡੈਕਸ ਸਪੀਕਰ ਹਾਂ, ਫਿਲੈਂਥਰੋਪਿਸਟ ਹਾਂ, ਮੈਂ ਆਪਣਾ ਐਂਟਰਪ੍ਰੀਨਿਓਰ ਹਾਂ। ਓਬਵੀਅਸਲੀ ਮੈਂ ਜੋ ਹਾਂ ਮੈਂ ਲਿਖਾਂਗੀ। ਮਨਦੀਪ ਜੀ, ਕਿਹੜੇ ਧਰਮ ਨੂੰ ਮੰਨਦੇ ਹੋ, ਕਿਹੜੇ ਗੁਰੂ ਨੂੰ ਮੰਨਦੇ ਹੋ ਤੁਸੀਂ? ਮੈਂ ਸਾਰੇ ਧਰਮਾਂ ਨੂੰ ਹੀ ਮੰਨਦੀ ਹਾਂ, ਤੇ ਮੈਂ ਸਿੱਖ ਹਾਂ, ਉਹ ਤੇ ਪਤਾ ਹੀ ਹੈ ਸਾਰਿਆਂ ਨੂੰ। ਗੁਰਬਾਣੀ ਦੇ ਵਿੱਚ ਵਿਸ਼ਵਾਸ ਰੱਖਦੇ ਹੋ? ਬਿਲਕੁਲ। ਗੁਰੂ ਸਾਹਿਬ ਦਾ ਇੱਕ ਉਪਦੇਸ਼ ਹੈ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਇਹ ਕਿਸ ਤਰ੍ਹਾਂ ਦੀ ਸਮਾਜ ਸੇਵਾ ਆ ਜਿਹੜੀ ਅਸੀਂ ਕਰਦੇ ਪਏ ਕਿ ਪੈਸੇ ਲੋਕਾਂ ਦੇ ਨੇ, ਅਸੀਂ ਆਪਣੇ ਰਾਹੀਂ ਜਿਹੜਾ ਆ ਉਹ ਡੋਨੇਟ ਕਰਕੇ ਕਹਿੰਦੇ ਆ ਕਿ ਅਸੀਂ ਸਮਾਜ ਸੇਵਕ ਹਾਂ, ਗੁਰੂ ਸਾਹਿਬ ਤਾਂ ਕੁਝ ਹੋਰ ਕਹਿੰਦੇ ਨੇ। ਮੈਂ ਇੱਦਾਂ ਨਹੀਂ ਕਹਿ ਰਹੀ, ਮੈਂ ਆਪਣੇ ਹਰ ਕੈਂਪੇਨ 'ਚ ਜਿਹੜੇ ਵੀ ਬੰਦੇ ਨੇ ਡੋਨੇਟ ਕੀਤਾ ਉਹਨੂੰ ਹੀ ਹਾਈਲਾਈਟ ਕੀਤਾ। ਇੱਦਾਂ ਦਾ ਮੈਨੂੰ ਕੋਈ ਇੱਕ ਮੇਰਾ ਸ਼ੂ ਗਿਵਿੰਗ ਕੈਂਪੇਨ ਦਿਖਾ ਦਿਓ ਕਿ ਜਿਸ 'ਚ ਮੈਂ ਇਹ ਨਾ ਲਿਖਿਆ ਹੋਵੇ ਕਿ ਸਪੋਂਸਰਡ ਬਾਏ ਕੌਣ ਆ, ਰਾਈਟ। ਸੋ ਸਾਡਾ ਕੰਮ ਇਹ ਨਹੀਂ ਆ ਕਿ ਅਸੀਂ ਬਸ ਡਾਇਰੈਕਟ ਡੋਨੇਟ ਹੀ ਕਰਨਾ। ਹਾਲਾਂਕਿ ਮੈਂ 382 ਕੈਂਪੇਨ ਦੇ ਵਿੱਚੋਂ 72 ਕੈਂਪੇਨ ਮੈਂ ਖੁਦ ਸਪੋਂਸਰ ਕੀਤੇ ਨੇ। ਜਦੋਂ ਤੱਕ ਅਸੀਂ ਇੰਸਪਾਇਰ ਨਹੀਂ ਕਰਾਂਗੇ, ਦੂਜਿਆਂ ਨੂੰ ਨਹੀਂ ਦੱਸਾਂਗੇ ਕਿ ਇਹ ਚੀਜ਼ ਦੀ ਜ਼ਰੂਰਤ ਆ, ਤੇ ਉਦੋਂ ਤੱਕ ਲੋਕ ਜਿਹੜੇ ਆਪਣੀ ਆਪਣੀ ਜਗ੍ਹਾ ਤੋਂ ਉੱਠ ਕੇ ਕੰਮ ਨਹੀਂ ਕਰ ਸਕਣਗੇ। ਅੱਜ ਜੇ ਬਹੁਤ ਸਾਰੀਆਂ NGOs ਜਾਂ ਬਹੁਤ ਸਾਰੇ ਲੋਕ ਜਿਹੜੇ ਅਵੇਅਰ ਹੋਏ ਆ, ਉਹ ਇਸੇ ਕਰਕੇ ਹੋਏ ਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕਾਂ ਨੇ ਅੱਛਾ ਕੰਮ ਜਿਹੜਾ ਉਹ ਕੀਤਾ। ਤੇ ਅਗਰ ਅਸੀਂ ਪਿੰਗਲਵਾੜਾ ਦੀ ਐਗਜ਼ਾਮਪਲ ਲੈ ਲਈਏ, ਅਸੀਂ ਵੀ ਉੱਥੋਂ ਹੀ ਗੁੜਤੀ ਲਿੱਤੀ, ਜੇ ਤੁਸੀਂ ਕਹੋ ਹੈ ਨਾ। ਸ਼ੁਰੂ ਤੋਂ ਅਸੀਂ ਉੱਥੋਂ ਦੀਆਂ ਕਿਤਾਬਾਂ ਪੜ੍ਹੀਆਂ, ਅਸੀਂ ਬੀਬੀ ਇੰਦਰਜੀਤ ਕੌਰ ਨੂੰ ਕਿੰਨੀ ਵਾਰੀ ਮਿਲੇ ਆ। ਸੋ ਉਹ ਤੋਂ ਵੀ ਭਗਤ ਪੂਰਨ ਜੀ ਨੇ ਵੀ ਕਿੱਦਾਂ ਲਿਖ ਕੇ ਆਪਣੀ ਉੱਥੇ ਛਪਾਈ ਕਰਕੇ ਲੋਕਾਂ 'ਚ ਕਿੰਨੀ ਅਵੇਅਰਨੈਸ ਕੀਤੀ। ਸੋ ਇਹ ਵੀ ਇੱਕ ਅਵੇਅਰਨੈਸ ਦਾ ਮਾਧਿਅਮ ਆ। ਪਲੱਸ ਉੱਚਾ ਨੀਵਾਂ ਕੁਛ ਨਹੀਂ ਹੁੰਦਾ। ਅਸੀਂ ਜੇ ਸਾਰਿਆਂ ਨੂੰ ਆਪਣੀ ਫੈਮਿਲੀ ਮੰਨ ਲਈਏ
ਅਸੀਂ ਇਹ ਮੰਨ ਲਈਏ ਕਿ ਮੇਰਾ ਹੀ ਭਰਾ ਵਾ ਜਾਂ ਮੇਰੀ ਸਿਸਟਰ ਆ, ਕਿ ਮੈਂ ਆਪਣੇ ਭਰਾ ਨੂੰ ਘੜੀ ਦੇਣ ਲੱਗਿਆ ਮੈਂ ਫੋਟੋ ਨਹੀਂ ਪਾ ਸਕਦੀ? ਸੋ ਇਦਾਂ ਦੀ ਕੋਈ ਗੱਲ ਨਹੀਂ ਆ, ਇਹ ਤੇ ਆਪਣੀ ਆਪਣੀ ਮਨ ਦੀ ਫੀਲਿੰਗ ਦੀ ਗੱਲ ਆ। ਜਿਹਨੇ ਗਲਤ ਸੋਚ ਲਿਓ ਗਲਤ ਸੋਚ ਲਈ, ਜਿਹਨੇ ਠੀਕ ਉਹਨੇ ਠੀਕ। ਇਹ ਜੋ ਲੋਕ ਫਿਰ ਦਾਅਵਾ ਕਰਦੇ ਪਏ ਨੇ ਕਿ ਕੋਈ ਗੱਲ ਹੈ ਆ ਪਿੱਛੇ ਪਰਦੇ ਦੇ ਪਿੱਛੇ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ, ਫਿਰ ਉਹਨਾਂ ਨਾਲ ਤੁਹਾਡੀ ਕੋਈ ਨਿੱਜੀ ਰੰਜਿਸ਼ ਹੈ? ਜੇ ਕੋਈ ਇਸ ਤਰ੍ਹਾਂ ਦੀ ਗੱਲ ਹੈ ਹੀ ਨਹੀਂ ਤਾਂ ਨਹੀਂ, ਉਹ ਇਸ ਕਰਕੇ ਕਰ ਰਹੇ ਨੇ ਕਿਉਂਕਿ ਉਹ ਮੈਨੂੰ ਨਹੀਂ ਜਾਣਦੇ। ਉਹ ਇੰਨੀ ਦੂਰੋਂ ਕੋਈ ਵੀ ਕਿਸੇ ਨੂੰ ਦੇਖੇਗਾ ਤੇ ਉਹਨੂੰ ਸ਼ੰਕਾ ਪੈਦਾ ਹੋ ਸਕਦਾ ਹੈ। ਅੱਜ ਮੈਂ ਵੀ ਉਹਨਾਂ ਨੂੰ ਮੰਨ ਸਕਦੀ ਹਾਂ ਕਿ ਉਹ ਅੱਛੇ ਇਨਸਾਨ ਨਹੀਂ ਆ, ਪਰ ਮੈਂ ਨਹੀਂ ਮੰਨਦੀ ਕਿਉਂਕਿ ਮੈਂ ਉਹਨਾਂ ਨੂੰ ਆਪਣੇ ਸਾਹਮਣੇ ਨਹੀਂ ਦੇਖਿਆ। ਸੋ ਇੱਥੇ ਇੰਨਾ ਹੀ ਗੱਲ ਹੈਗੀ ਕਿ ਉਹਨਾਂ ਨੂੰ ਵੀ ਚਾਹੀਦਾ ਕਿ ਜਿੱਥੇ ਇੰਨਾ ਪੰਜਾਬ ਦੇ ਵਿੱਚ ਇਸ ਚੀਜ਼ ਦਾ ਉਬਾਲ ਆ ਗਿਆ, ਇੰਨਾ ਜ਼ਿਆਦਾ ਇੱਕ ਤੁਸੀਂ ਲੜਕੀ ਨੂੰ ਇੰਨਾ ਜ਼ਿਆਦਾ ਟਾਰਗੇਟ ਕਰਕੇ ਹਰ ਤਰ੍ਹਾਂ ਨਾਲ ਤੁਸੀਂ ਟੌਰਚਰ ਕਰਕੇ ਵੇਖ ਲਿਆ ਸੋਸ਼ਲ ਮੀਡੀਆ ਤੇ, ਹਰ ਤਰ੍ਹਾਂ ਨਾਲ ਉਹਨੂੰ ਸੁੱਟਣ ਦੀ ਕੋਸ਼ਿਸ਼ ਕੀਤੀ। ਮੇਰੇ ਵਿੱਚ ਪੰਜਾਬ ਦੀਆਂ ਕਈ ਧੀਆਂ ਵਸ ਰਹੀਆਂ ਨੇ ਇਸ ਵਕਤ, ਕਈ ਮਾਪੇ ਮੇਰੇ ਵੱਲ ਵੇਖ ਰਹੇ ਨੇ। ਸੋ ਉਹਨਾਂ ਨੂੰ ਵੀ ਚਾਹੀਦਾ ਵਾ ਕਿ ਪਲੀਜ਼ ਤੁਸੀਂ ਖੁਦ ਇੱਥੇ ਵਿਜ਼ਿਟ ਕਰੋ। ਜੇ ਅਸੀਂ ਗਲਤ ਨਿਕਲਦੇ ਅਸੀਂ ਤੁਹਾਡਾ ਸਾਰਾ ਖਰਚਾ ਦੇਣ ਨੂੰ ਰੈਡੀ ਹਾਂ। ਬਿਲਕੁਲ ਸਹੀ ਗੱਲ ਤੁਸੀਂ ਕਿਹਾ, ਖਰਚਾ ਦੇਣ ਤੁਸੀਂ ਰੈਡੀ। ਹੁਣ ਇਸ ਵੇਲੇ ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ ਤੁਹਾਡਾ ਬਿਜ਼ਨਸ ਹੈ ਇਹਦੀ ਟਰਨਓਵਰ ਕੀ ਹੈ? ਮੇਰੇ ਬਿਜ਼ਨਸ ਦੀ ਕਰੰਟ ਈਅਰ 'ਚ 2.5 ਤੋਂ 3 ਕਰੋੜ ਦੀ ਮੇਰੀ ਚੱਲ ਰਹੀ ਹੈ ਟਰਨਓਵਰ। ਸੋ ਲਾਸਟ ਈਅਰ ਵੀ ਮੈਂ ਤੁਹਾਨੂੰ ਹੁਣੇ ਦੱਸ ਰਹੀ ਸੀ ਪਹਿਲਾਂ ਵੀ ਕਿ ਮੈਂ 20 ਲੱਖ ਨੀਅਰਲੀ ਮੈਂ ਖੁਦ ਇਨਕਮ ਟੈਕਸ ਆਪਣਾ ਭਰਿਆ। ਸੋ ਤੁਸੀਂ ਉਹਦੇ ਤੋਂ ਹੀ ਮੇਰਾ ਅੰਦਾਜ਼ਾ ਲਗਾ ਸਕਦੇ ਕਿ ਕੀ ਤੁਸੀਂ ਮੈਨੂੰ 30-35 ਹਜ਼ਾਰ ਦੇ ਬੂਟਾਂ ਚੋਂ ਜਾਂ ਉਹਦੇ ਵਿੱਚੋਂ ਮੈਨੂੰ ਤੁਸੀਂ ਕੀ ਕੰਪੈਰੀਜ਼ਨ ਕੀ ਕਰ ਸਕਦੇ ਜੇ? ਜੋ ਤੁਸੀਂ ਮੈਨੂੰ ਕਹਿ ਰਹੇ ਜੇ ਮੈਂ ਤੇ ਉਹਨਾਂ ਤੇ ਮੈਂ ਆਪਣੇ ਇੱਕ EMPLOYE ਨੂੰ ਸੈਲਰੀ ਦੇ ਦਿੰਦੀ ਹੋਣੀ ਆ। ਸੋ ਮੇਰਾ ਜਿਹੜਾ ਸ਼ੂ ਕੈਂਪੇਨ ਦਾ ਲੈਵਲ ਆ ਉਹ ਇੰਨਾ ਸਲੋ ਤੇ ਇੰਨਾ ਨਾਰਮਲ ਆ ਬਿਕੋਜ਼ ਉਹ ਮੈਂ ਆਪਣੇ ਪੀਸ ਲਈ ਕਰਦੀ ਹਾਂ, ਆਪਣੇ ਇੱਕ ਭਾਵਨਾ ਨਾਲ ਕਰਦੀ ਹਾਂ, ਇੱਕ ਆਪਣੇ ਸ਼ੌਂਕ ਨੂੰ ਕਰਦੀ ਹਾਂ। ਨਹੀਂ ਤੇ ਮੈਂ ਉਹਨੂੰ ਵੀ ਜਿੰਨਾ ਮਰਜ਼ੀ ਵਧਾ ਸਕਦੀ ਸੀ, ਪਰ ਮੈਂ ਅੱਜ ਆਪਣਾ ਬਿਜ਼ਨਸ ਹੀ ਵਧਾ ਰਹੀ ਹਾਂ। ਮੇਰਾ ਫੋਕਸ ਜਿਹੜਾ ਮੈਕਸਿਮਮ ਆਪਣੇ ਬਿਜ਼ਨਸ ਵਾਲਾ, ਇਹ ਮੈਂ ਮੰਨਦੀ ਕਿ ਮੇਰੀ ਸ਼ਾਇਦ ਕਿਤੇ ਗਲਤੀ ਰਹੀ ਆ ਕਿ ਮੈਂ ਇੱਕ ਧੀ ਦੀ ਜਾਂ ਮੈਂ ਇੱਕ ਲੇਡੀ ਦੀ ਜਾਂ ਮੈਂ ਮਨਦੀਪ ਦੀ ਉਹ ਇਮੇਜ ਕਦੀ ਸਾਹਮਣੇ ਨਹੀਂ ਲਿਆਂਦੀ ਕਿ ਜਿਹੜੀ ਉਹਨੂੰ ਲਿਆਉਣੀ ਚਾਹੀਦੀ ਸੀ ਕਿ ਮੈਂ ਇੱਕ ਕਾਰੋਬਾਰੀ ਹਾਂ। ਅੱਛਾ, NGO ਨੂੰ ਕਿੰਨੀ ਡੋਨੇਸ਼ਨ ਆ ਜਾਂਦੀ ਹੈ ਪਰ ਮੰਥ? NGO ਨੂੰ ਸ਼ੂ ਗਿਵਿੰਗ ਕੈਂਪੇਨ ਦੇ ਅਕੋਰਡਿੰਗ ਹੀ ਆਉਂਦੀ ਹੈ। ਬਾਈ ਚੈੱਕ ਹੁੰਦੀ ਹੈ ਨਾ, ਤੁਹਾਨੂੰ ਸ਼ੂਜ਼ ਨਹੀਂ ਕੋਈ ਦੇ ਕੇ ਜਾਂਦਾ, ਤੁਸੀਂ ਚੈੱਕ ਮਿਲਦਾ ਹੈ ਜੀ, ਜਾਂ ਤੁਸੀਂ ਕਹਿੰਦੇ ਕਿ ਉੱਥੇ ਪੇ ਕਰ ਦਿਓ, ਉਹ ਰਿਕਾਰਡ ਤਾਂ ਰੱਖਦੇ ਹੋ ਨਾ ਕਿ ਇੰਨੇ ਪੈਸੇ ਜਿਹੜੇ ਇਸ ਮੰਥ ਜਿਹੜੇ ਪੇ ਕੀਤੇ ਹੋਏ ਨੇ, ਜਾਂ ਜਿਸ ਕੰਪਨੀ ਨਾਲ ਟਾਈ ਅਪ ਉਸ ਨੂੰ ਗਏ ਹੋਏ ਤੇ ਅਸੀਂ ਇੰਨੇ ਜਿਹੜੇ ਸ਼ੂਜ਼ ਆ ਉਹ ਡੋਨੇਟ ਕਰ ਚੁੱਕੇ, ਉਹਨਾਂ ਦੀ ਕੀ ਪ੍ਰਾਈਸ ਬਣਦਾ? ਸੋ ਆਲਮੋਸਟ ਲਾ ਲਓ ਕਿ 55 to 60 ਲੱਖ ਜਿਹੜਾ ਕਿ ਸਾਡਾ ਹੁਣ ਤੱਕ ਮਿਸ਼ਨ ਹੋਇਆ। ਓਬਵੀਅਸਲੀ ਉਹਦੇ ਉਨਾ ਹੀ ਸਾਨੂੰ ਫੰਡ ਆਇਆ ਹੋਗਾ, ਤੇ ਬਾਕੀ ਜਿਹੜਾ ਸਾਡਾ ਹੈਲਥ ਕੇਸਿਸ ਹੋ ਗਏ ਜਾਂ ਕੁਝ ਵੀ ਹੋ ਗਿਆ, ਮੈਨੂੰ ਨਹੀਂ ਲੱਗਦਾ ਮੈਂ ਇਹੀ ਕਹਿ ਰਹੀ ਕਿ ਮੈਨੂੰ ਤੇ ਪਤਾ ਨਾ ਮੇਰੀਆਂ ਫਿਗਰਸ ਕੀ ਆ। ਸੋ ਉਨੀ ਅੱਜ ਤੱਕ 4 ਸਾਲ 'ਚ NGO ਦੇ ਵਿੱਚ ਫੰਡਸ ਨਹੀਂ ਆਏ ਜਿੰਨੀ ਮੇਰੀ 1 ਸਾਲ ਦੀ ਟਰਨਓਵਰ ਆ। ਮਨਦੀਪ ਜੀ, ਤੁਸੀਂ ਇਹ ਕਿਹਾ ਕਿ ਉਹ ਲੋਕ ਜਿਹੜੇ ਆ ਮੈਨੂੰ ਜਾਣਦੇ ਨਹੀਂਗੇ, ਜਿਹੜੇ ਕਮੈਂਟ ਕਰ ਰਹੇ ਨੇ ਜਾਂ ਰੌਂਗ ਕਮੈਂਟ ਕਰ ਰਹੇ ਨੇ। ਮੈਂ ਤੁਹਾਨੂੰ ਨਹੀਂ ਜਾਣਦਾ, ਮੈਂ ਤੁਹਾਡੇ ਬਿਜ਼ਨਸ ਨੂੰ ਨਹੀਂ ਜਾਣਦਾ, ਤੁਹਾਡੀ ਆ ਜਿਹੜਾ ਤੁਸੀਂ ਡੋਨੇਟ ਕਰਦੇ ਪਏ ਹੋ ਮੈਂ ਨਹੀਂ ਜਾਣਦਾ, ਮੈਂ ਕਮੈਂਟ ਕਿਉਂ ਕਰਾਂਗਾ? ਤੁਸੀਂ ਆਫ ਦੀ ਰਿਕਾਰਡ ਵੀ ਗੱਲ ਕੀਤੀ ਸੀ ਕਿ ਸ਼ੁਰੂ ਤੋਂ ਜਦੋਂ ਮੈਂ ਸਟਾਰਟ ਕੀਤਾ ਸੀ ਇਹ ਲੋਕ ਜਿਹੜੇ ਆ ਉਦੋਂ ਤੋਂ ਹੀ ਮੈਨੂੰ ਟਾਰਗੇਟ ਕਰਦੇ ਆ ਰਹੇ। ਕਿਉਂ ਟਾਰਗੇਟ ਕਰਦੇ ਆ ਰਹੇ? ਕਿਉਂਕਿ ਉਹਨਾਂ ਨੂੰ ਪਲੇਜ਼ਰ ਮਿਲਦਾ, ਸ਼ਾਇਦ ਉਹਨਾਂ ਨੂੰ ਮੇਰੇ 'ਚ ਖੁਸ਼ੀ ਮਿਲਦੀ, ਮੈਨੂੰ ਲੱਗਦਾ। ਜਾਂ ਤੇ ਹੋਵੇ ਨਾ ਕਿ ਤੁਹਾਨੂੰ ਕੋਈ ਜਾਣਦਾ ਹੋਵੇ ਜਾਂ ਪਿੱਛੇ ਕੋਈ ਏਜੰਡਾ ਹੋਵੇ ਜਾਂ ਕੁਝ ਸੱਚ ਹੋਵੇ। ਸੋ ਜਿਹੜੇ ਲੋਕ ਟਾਰਗੇਟ ਕਰ ਰਹੇ ਆ ਉਹ ਤੇ ਅਲਫਾ ਸਿਟੀ 'ਚ ਮੇਰਾ ਦੱਸ ਰਹੇ ਕਿ ਮੇਰਾ ਫਲੈਟ ਆ। ਸੋ ਮੈਂ ਉਹਨਾਂ ਨੂੰ ਕਹਿੰਦੀ ਕਿ ਅਲਫਾ ਸਿਟੀ ਵਾਲਾ ਫਲੈਟ ਤੁਹਾਡਾ, ਠੀਕ ਹੈ ਨਾ। ਸੋ ਸਪੋਕਸਮੈਨ ਚੈਨਲ ਜਿਹੜਾ ਅਲਫਾ ਸਿਟੀ ਉਹਨਾਂ ਨੂੰ ਗਿਫਟ ਕਰਦੇ ਜੇ ਮੇਰਾ ਜਾਂ ਮੇਰੇ ਮੰਮੀ ਪਾਪਾ ਦਾ ਜਾਂ ਮੇਰੇ ਇਨ-ਲॉज ਚੋਂ ਕਿਸੇ ਦਾ ਵੀ ਉੱਥੇ ਫਲੈਟ ਨਿਕਲਦਾ ਹੈ। 1 ਕਿੱਲਾ ਜਿਹੜੀ ਜਗ੍ਹਾ ਹੋਣੇ 75 ਲੱਖ ਦੀ ਜਿਹੜੀ ਕਲੇਮ ਕਰ ਰਹੇ ਕਿ ਉਹ ਮਤਲਬ ਦਾਵਾ ਕਰ ਰਹੇ ਕਿ ਉਹ ਵੀ ਮੇਰੀ ਆ, ਉਹ ਵੀ ਤੁਹਾਡੀ। ਜਿਹੜੀ ਤੁਸੀਂ ਇਨੋਵਾ ਗੱਡੀ ਮੇਰੀ ਕਹਿ ਰਹੇ ਜੇ ਉਹ ਵੀ ਤੁਹਾਡੀ, ਜਿਹੜੀ ਡਿਜ਼ਾਇਰ ਕਹਿ ਰਹੇ ਜੇ ਉਹ ਵੀ ਤੁਹਾਡੀ। ਹੋਰ ਦੱਸੋ ਮੈਂ ਕੀ ਕਰਾਂ? ਸਾਰਾ ਕੁਝ ਤੇ ਮੈਂ ਇਹਨਾਂ ਨੂੰ ਦੇਤਾ ਜਿਹੜਾ ਇਹਨਾਂ ਨੇ ਮੈਨੂੰ ਕਹਿ ਰਹੇ ਨੇ। ਤੁਸੀਂ ਪਿੰਗਲਵਾੜਾ ਦੀ ਗੱਲ ਕੀਤੀ ਸੀ, ਡਾਕਟਰ ਇੰਦਰ ਕੌਰ ਜੀ ਜੋ ਸਾਰਾ ਪ੍ਰਬੰਧ ਚਲਾ ਰਹੇ ਨੇ, ਕਦੀ ਉਹਨਾਂ ਤੇ ਇਸ ਤਰ੍ਹਾਂ ਦੇ ਐਲੀਗੇਸ਼ਨ ਨਹੀਂ ਉੱਠੇ? ਉਹਨਾਂ ਤੋਂ ਬਾਅਦ ਜਿਹੜੇ ਲੋਕ ਨਿੱਜੀ ਤੌਰ ਤੇ ਆਪਣਾ ਕੰਮ ਕਰ ਰਹੇ ਨੇ, ਇਸ ਤਰ੍ਹਾਂ ਸਮਾਜ ਸੇਵਾ ਦੀ ਗੱਲ ਕਰ ਰਹੇ ਨੇ, ਇਹ ਉਹਨਾਂ ਤੇ ਕਿਉਂ ਹੀ ਐਲੀਗੇਸ਼ਨ ਉੱਠਦੇ ਨੇ? ਕਿਉਂਕਿ ਉਹ ਇੱਕ ਪੁਰਾਣੀ ਸੰਸਥਾ ਹੈ, ਪਲੱਸ ਇੱਕ ਬਹੁਤ ਲਿਮਿਟਿਡ ਫਾਰਮ 'ਚ ਕੰਮ ਕਰ ਰਹੇ ਨੇ। ਉਹਨਾਂ ਦਾ ਇੱਕ ਹੀ ਤਰੀਕਾ ਚੱਲ ਰਿਹਾ ਹੈ ਐਂਡ ਉਸ ਇੱਕ ਮਤਲਬ ਕਿ ਉਹਨਾਂ ਤੋਂ ਤੁਸੀਂ ਸਿੱਖਦੇ ਹੋ। ਸਾਡੇ ਵੀ ਗੁਰੂ ਨੇ, ਉਹ ਸੁਲਝੇ ਹੋਏ ਨੇ, ਉਹਨਾਂ ਨੂੰ ਕਿਉਂ ਇਦਾਂ ਕਰਨਗੇ? ਉਹਨਾਂ ਦਾ ਤੇ ਪੱਕੇ ਹੀ ਪਤਾ ਹੀ ਹੈ ਕਿ ਇਹ ਫੈਮਲੀਜ਼ ਜੁੜੀਆਂ ਨੇ, ਪੱਕੇ ਯੂਨਿਟਸ ਬਣੇ ਨੇ ਐਂਡ ਉਹਨਾਂ ਨੂੰ ਪਤਾ ਹੈ ਹਰ ਚੀਜ਼ ਦਾ। ਇਸ ਗੱਲ 'ਚ ਮੈਂ ਪਿੱਛੇ ਜੇ ਰਹੀਏ ਗਈ ਸੀ ਤੇ ਬਲੱਡ ਡੋਨੇਸ਼ਨ ਕੈਂਪ 'ਚੋਂ ਮੈਨੂੰ ਮਿਲੇ ਸੀ, ਮੈਂ ਆਪਣੀ ਇਹੀ ਪ੍ਰੋਬਲਮ ਉਹਨਾਂ ਦੇ ਅੱਗੇ ਰੱਖੀ ਸੀ ਕਿ ਡਾਕਟਰ ਸਾਹਿਬ ਕਿ ਇੱਦਾਂ ਬੀਬੀ ਇੰਦਰਜੀਤ ਕੌਰ ਨੂੰ ਮੈਂ ਪੁੱਛਿਆ ਕਿ ਇੱਦਾਂ ਮੈਨੂੰ ਪ੍ਰੋਬਲਮਸ ਆਉਂਦੀਆਂ ਤੇ ਉਹ ਕਹਿੰਦੇ ਸਾਨੂੰ ਵੀ ਆਉਂਦੀਆਂ ਨੇ, ਸਭ ਨੂੰ ਆਉਂਦੀਆਂ ਨੇ, ਬਸ ਆਪਣਾ ਕੰਮ ਜਿਹੜਾ ਉਹ ਤੁਸੀਂ ਕਰਦੇ ਚੱਲੋ। ਇਹ ਨਹੀਂ ਕਿ ਉਹਨਾਂ ਨਾਲ ਡਿਸਕਸ਼ਨ ਨਹੀਂ ਕਦੀ ਹੋਈ, ਉਹਨਾਂ ਨੂੰ ਕਦੀ ਅਸੀਂ ਪੁੱਛਿਆ ਨਹੀਂ, ਜਾਂ ਇਹਨਾਂ ਨੂੰ ਲੱਗਦਾ ਹੈ ਕਿ
ਦੂਜਿਆਂ ਨਾਲ ਸਾਡੀ ਗੱਲ ਨਹੀਂ ਹੁੰਦੀ ਆ, ਉਹ ਸਾਡਾ ਧਿਆਨ ਨਹੀਂ ਰੱਖ ਰਹੇ, ਅਸੀਂ ਛੋਟੇ ਆ, ਠੀਕ ਆ, ਹੋ ਸਕਦਾ ਕਿ ਅਸੀਂ ਉਹਨਾਂ ਵਾਂਗੂ ਸੇਮ ਕੰਮ ਨਹੀਂ ਕਰ ਰਹੇ, ਬਸ ਅਸੀਂ ਆਪਣੀ ਜਗ੍ਹਾ ਤੇ ਬੜੀ ਓਨੈਸਟਲੀ ਕੰਮ ਕਰ ਰਹੇ ਹਾਂ। ਤੁਸੀਂ ਕਿਹਾ ਪੁਰਾਣੀ ਹੋ ਚੁੱਕੀ ਹੈ ਸੰਸਥਾ, ਬਸ ਮੇਰਾ ਇੱਕ ਦਾ ਸਵਾਲ ਹੋਰ ਹੈ, ਸੰਸਥਾ ਪੁਰਾਣੀ ਹੋ ਚੁੱਕੀ ਹੈ ਤਾਂ ਕਰਕੇ ਜਿਹੜਾ ਹੈ ਉਹ ਤਜਰਬੇਕਾਰ ਹੋ ਗਏ ਨੇ, ਉਹਨਾਂ ਨੂੰ ਪਤਾ ਹੈ ਕਿ ਪੁਰਾਣੀਆਂ ਹੋ ਕੇ ਸੰਸਥਾਵਾਂ ਇਮਾਨਦਾਰ ਹੁੰਦੀਆਂ ਨੇ ਕਿ ਜਾਂ ਸਟਾਰਟਿੰਗ ਦੇ ਵਿੱਚ ਕੋਈ ਇਹੋ ਜਿਹੀਆਂ ਕਮੀਆਂ ਰਹਿ ਜਾਂਦੀਆਂ ਨੇ? ਨਹੀਂ, ਸਾਨੂੰ ਸਿੱਖਣਾ ਪੈਂਦਾ। ਹੋ ਸਕਦਾ ਕਿ ਸ਼ੁਰੂ ਸਾਨੂੰ ਨਾ ਪਤਾ ਹੋਵੇ। ਹੁਣ ਜਿਹੜੇ ਦੂਸਰੇ NGOs ਟਾਰਗੇਟ ਹੋ ਰਹੇ ਨੇ ਉਹ ਬਿਲਕੁਲ ਸ਼ੁਰੂਆਤੀ ਨੇ, ਬਿਲਕੁਲ ਹੀ ਸ਼ੁਰੂਆਤੀ, ਠੀਕ ਹੈ, ਤੇ ਨਹੀਂ ਪਤਾ ਲੱਗਦਾ ਕਈ ਵਾਰ ਸ਼ੁਰੂ 'ਚ। ਮੈਂ ਕਿਸੇ ਨੂੰ ਵੀ ਗਲਤ ਨਹੀਂ ਮੰਨਦੀ, ਕਿਉਂਕਿ ਹੈਲਪ ਕਰਨ ਲਈ ਜ਼ਰੂਰੀ ਨਹੀਂ ਕਿ ਵਿੱਚ NGO ਜਿਹੜੀ ਉਹ ਜ਼ਰੂਰੀ ਆ, ਰਾਈਟ। ਹੁਣ ਮੈਂ ਤੁਹਾਨੂੰ ਕਿ ਤੁਸੀਂ ਮੈਨੂੰ ਕਹਤਾ ਕਿ ਮਨਦੀਪ ਇੱਥੇ ਉਹ ਘਰ ਬਣਾਉਣਾ, ਜੇ ਮੈਂ ਤੁਹਾਨੂੰ ਸਿੱਧਾ ਹੈਲਪ ਕਰ ਦੇਣਾ ਤੇ ਫਿਰ ਮੈਂ ਉਹ 'ਚ ਕੀ ਕਰ ਸਕਾਂਗੀ, ਠੀਕ ਹੈ। ਪਰ ਮੈਨੂੰ ਇਸ ਗੱਲ ਦੀ ਸਮਝ ਸੀ, ਮੈਂ ਆਪਣੀ ਦੀ ਗਾਰੰਟੀ ਦੇ ਸਕਦੀ ਹਾਂ, ਠੀਕ ਹੈ ਨਾ। ਮੇਰੇ ਨਾਲ 382 ਮੇਰੇ ਕੈਂਪੇਨ ਆ, ਠੀਕ ਹੈ, ਜਿੰਨੇ ਮੇਰੇ ਹੈਲਥ ਕੇਸਿਸ ਆ। ਆਓ ਤੁਸੀਂ ਮੇਰੇ ਕੋਲ, ਮੈਂ 2-3 ਦਿਨ ਹੋ ਗਏ ਤੁਹਾਨੂੰ ਬੁਲਾ ਰਹੀ, ਤੁਸੀਂ ਕਿਉਂ ਨਹੀਂ ਆ ਰਹੇ? ਸੋ ਆਓ ਮੇਰੇ ਕੋਲ, ਅਸੀਂ ਤੁਹਾਡੇ ਕੱਲੇ ਕੈਂਪੇਨ ਦੀ ਤਸੱਲੀ ਕਰਾਉਣ ਨੂੰ ਇੱਥੇ ਬੈਠੇ ਹੋਏ। ਬਿਲਕੁਲ, ਬਲਕਿ ਸਮਾਜ ਸੇਵਾ ਜਿਹੜੀ ਹੈ ਇਸ ਦੌਰ ਦੇ ਵਿੱਚ ਵੀ ਜਾਰੀ ਰਹੇਗੀ, ਕੋਈ ਖੜੋਤ ਨਹੀਂ ਆਏਗੀ। ਸਮਾਜ ਸੇਵਾ ਮੇਰਾ ਜਿਹੜਾ ਮਿਸ਼ਨ ਹੈ, ਸ਼ੂ ਗਿਵਿੰਗ ਮਿਸ਼ਨ, ਇਹ ਜਾਰੀ ਰਹੇਗਾ। ਬਾਕੀ ਮੇਰੀ ਕੰਪਨੀ ਦੇ ਅਕੋਰਡਿੰਗ ਜਦੋਂ ਮੈਨੂੰ ਲੱਗੇਗਾ ਕਿ ਅਸੀਂ ਜੋ ਵੀ ਕਾਜ਼ ਤੇ ਕੰਮ ਕਰਨਾ ਹੈ, ਜਿੱਥੇ ਵੀ ਲੋੜ ਆ ਉੱਥੇ ਅਸੀਂ ਪਲਾਨ ਕਰਾਂਗੇ। ਸੋ ਮੈਂ ਵੀ ਇੱਕ ਨਵੀਂ ਸਟ੍ਰੈਟਜੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਜਿੱਥੇ ਆਊਟਸਾਈਡ ਮਨੀ ਆਫ ਦਾ ਡੋਨਰਸ ਮੈਂ ਕਦੀ ਵੀ ਨਹੀਂ ਲਵਾਂਗੀ। ਮੈਂ ਹਰ ਚੈਨਲ ਤੇ ਮੈਂ ਕਿਹਾ ਹੈ, ਤੇ ਤੁਹਾਨੂੰ ਇਹ ਪਤਾ ਲੱਗੇਗਾ ਕਿ ਗਰਲਸ ਜਿਹੜੀਆਂ ਨੇ, ਵੂਮਨ ਆ, ਉਹ ਕਮਜ਼ੋਰ ਨਹੀਂ ਨੇ, ਉਹ ਕਾਬਿਲ ਨੇ। ਪੇਰੈਂਟਸ ਨੇ ਕਿਰਤ ਕਰਕੇ ਉਹਨਾਂ ਨੂੰ ਪੜ੍ਹਾਇਆ ਹੈ, ਟੌਪ ਕਰ ਸਕਦੀਆਂ ਨੇ, ਵਧੀਆ ਕੰਪਨੀਆਂ 'ਚ ਕੰਮ ਕਰ ਸਕਦੀਆਂ ਨੇ, ਆਪਣੀਆਂ ਕਾਰੋਬਾਰ ਖੜੇ ਕਰ ਸਕਦੀਆਂ ਨੇ। ਸੋ ਕੀ ਨਹੀਂ ਹੋ ਸਕਦਾ ਇਸ ਦੁਨੀਆ 'ਚ 10 ਸਾਲ 'ਚ? ਬਹੁਤ ਕੁਝ ਹੋ ਸਕਦਾ। ਸੋ ਅਸੀਂ ਹੁਣ ਸਾਨੂੰ ਹੋਰ ਇਹਦੇ ਤੋਂ ਸਾਨੂੰ ਇਹ ਮੋਟੀਵੇਸ਼ਨ ਮਿਲੀ ਕਿ ਅਸੀਂ ਆਪਣਾ ਬਿਜ਼ਨਸ ਹੋਰ ਵਧੀਆ ਕਰੀਏ, ਹੋਰ ਵਧੀਆ ਆਪਣਾ ਵੱਧ ਤੋਂ ਵੱਧ ਦਸਵੰਧ ਕੱਢੀਏ। ਤੇ ਜਿਹੜਾ 50,000 ਸ਼ੂਜ਼ ਦਾ ਮਿਸ਼ਨ ਹੈ, ਜਿਹੜਾ ਕਿ ਮੈਂ ਇਸ NGO 'ਚ 18,000 ਤੇ ਛੱਡ ਦੇਣਾ, ਉਹ ਮੈਂ ਖੁਦ ਜਿਹੜਾ ਵਾ ਉਹ 50,000 ਤੱਕ ਖੁਦ ਲੈ ਕੇ ਜਾਵਾਂਗੀ ਆਪਣੀ ਕੰਪਨੀ ਤੋਂ, ਆਪਣੇ ਕਾਰੋਬਾਰ ਤੋਂ। ਹੋਰ ਮੈਂ ਕੀ ਕਹਿ ਸਕਦੀ? ਸੈਕੰਡ ਲਾਸਟ ਹੈ ਮੇਰਾ ਸਵਾਲ ਕਿ ਤੁਸੀਂ ਇੱਕ ਚੰਗਾ ਬਿਜ਼ਨਸ ਜਿਹੜਾ ਚਲਾ ਰਹੇ ਹੋ, ਤੁਸੀਂ ਕਹਿੰਦੇ ਹੋ ਕਿ ਮੈਂ ਬਹੁਤ ਵਧੀਆ ਅਰਨ ਕਰਦੀ ਪਈ ਹਾਂ। ਜਦੋਂ ਤੁਸੀਂ ਇਸ ਤਰ੍ਹਾਂ ਕਿਤੇ ਡੋਨੇਸ਼ਨ ਤੁਹਾਨੂੰ ਆਉਂਦੀ ਹੈ, ਤੁਸੀਂ ਸ਼ੂਜ਼ ਡੋਨੇਟ ਕਰਨ ਜਾਂਦੇ ਹੋ, ਆਪਣੇ ਬਿਜ਼ਨਸ ਦੇ ਵਿੱਚੋਂ ਤੁਸੀਂ ਉਸ ਦੇ ਵਿੱਚ ਜਿਹੜਾ ਕੀ ਹਿੱਸਾ ਪਾਉਂਦੇ ਹੋ, ਦਸਵੰਧ ਕੀ ਕੱਢਦੇ ਹੋ, ਕਿ ਜਾਂ ਜੋ ਡੋਨੇਸ਼ਨ ਆਉਂਦੀ ਆ ਉਸ ਨੂੰ ਹੀ ਆਪਾਂ ਵਰਤ ਕੇ ਜਾਂ ਵੰਡ ਕੇ ਆ ਜਾਂਦੇ ਹਾਂ? ਮੈਂ ਤੁਹਾਨੂੰ ਦੱਸਿਆ ਕਿ 382 ਕੈਂਪੇਨ 'ਚ 72 ਕੈਂਪੇਨ ਮੈਂ ਖੁਦ ਕੀਤੇ ਆ। ਬਾਕੀ ਮੇਰੀ ਜਿੰਨੀ ਫਿਕਸ ਕਾਸਟ ਆ, ਮੈਨੂੰ ਕੋਈ ਡੋਨਰ ਆ ਕੇ ਕਹਦੇ ਕਿ ਫਿਕਸ ਕਾਸਟ ਮਨਦੀਪ ਤੂੰ ਮੰਥਲੀ ਸਾਨੂੰ ਆ ਸੈਲਰੀ ਵਾਸਤੇ ਕਿਹਾ ਸੀ, ਜਾਂ ਤੂੰ ਮੰਥਲੀ ਸਾਨੂੰ ਕਿਸੇ ਵੀ ਰੈਂਟ ਵਾਸਤੇ ਕਿਹਾ ਸੀ, ਜਾਂ ਤੂੰ ਸਾਡੇ ਕੋਲ ਗੱਡੀ 'ਚ ਕਦੀ ਪੈਟਰੋਲ ਪਵਾ ਲਿਆ ਜਾਂ ਕੁਝ ਕੀਤਾ, ਸਾਰੇ ਖਰਚੇ ਔਨ ਰਿਕਾਰਡ ਮੇਰੀ ਜਿਹੜੀ ਆ, ਮੈਂ ਖੁਦ ਜਿਹੜੇ ਆ ਮੇਰੀ ਕੰਪਨੀ ਜਿਹੜੀ ਆ ਉਹ NGO ਨੂੰ ਸਪੋਰਟ ਕਰਕੇ ਕਰ ਰਹੀ ਆ। ਕਈ ਵਾਰੀ ਮੈਂ ਕਿਸੇ ਵੀ ਇੰਟਰਵਿਊ 'ਚ ਨਹੀਂ ਬੋਲਿਆ, ਤੁਹਾਡੀ ਇੰਟਰਵਿਊ 'ਚ, ਕਿ ਮੇਰੇ EMPLOYEES ਦੀਆਂ ਸੈਲਰੀਜ਼ ਅੱਗੇ ਪਿੱਛੇ ਹੋ ਜਾਂਦੀਆਂ ਨੇ, ਪਰ ਕਦੀ ਇਹ ਨਹੀਂ ਹੁੰਦਾ ਕਿ ਅਸੀਂ ਆਪਣੇ ਈਵਨਿੰਗ ਸਕੂਲ ਦੇ ਬੱਚਿਆਂ ਨੂੰ ਤੰਗ ਕਰਤਾ, ਜਾਂ ਅਸੀਂ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਨਹੀਂ ਕੀਤਾ, ਤੇ ਜਾਂ ਅਸੀਂ ਕੋਈ ਕਿਡਨੀ ਕੇ ਪੇਸ਼ੈਂਟ ਦਾ ਕੇਸ ਛੱਡਤਾ। ਮੈਂ ਤਾਂ ਤੁਹਾਨੂੰ ਇਹ ਵੀ ਕਹਾਂਗੀ ਸਾਰੇ ਮੀਡੀਆ ਨੂੰ ਕਿ ਜਿਹੜੇ ਮੇਰੇ ਕੇਸਿਸ ਆ ਆਨਲਾਈਨ ਪਏ ਹੋਏ ਨੇ, ਕਿਡਨੀ ਕੇਸਿਸ ਕਿੰਨੇ ਨੇ, ਉਹਨਾਂ ਦੇ ਘਰਾਂ 'ਚ ਜਾ ਕੇ ਇੰਟਰਵਿਊਜ਼ ਕਰੋ। ਜਿਹੜੇ ਸਕੂਲਾਂ 'ਚ ਮੈਂ 382 ਤਕਰੀਬਨ ਕੈਂਪੇਨ ਕੀਤੇ ਨੇ, ਜਿਹੜੇ ਮਰਜ਼ੀ ਸਕੂਲ 'ਚ ਤੁਸੀਂ ਜਾ ਸਕਦੇ ਜੇ, ਮੈਨੂੰ ਉਹਨਾਂ ਨੂੰ ਫੋਨ ਕਰਨ ਦੀ ਜ਼ਰੂਰਤ ਨਹੀਂ ਆ। ਜਿਹੜੇ ਸਕੂਲ ਦਾ ਕਲਿੱਪ ਵਾਇਰਲ ਹੋ ਰਿਹਾ, ਤੁਸੀਂ ਵੀ ਉਹ ਵੱਖਰਾ ਕਲਿੱਪ ਕੱਟ ਕੇ ਪਾਇਆ ਕਿ ਇੰਨੇ ਸ਼ੂਜ਼ ਦੇਣੇ ਸੀ, ਸਗੋਂ ਤੋਂ ਘੱਟ ਜਿਹੜੇ ਸ਼ੂਜ਼ ਦੇ ਗਏ, ਉਹ 'ਚ ਕਿੰਨੀ ਸੱਚਾਈ ਹੈ? ਬਿਲਕੁਲ, ਅਸੀਂ ਮੇਰੀ ਹਰ ਲਾਈਵ ਵੀਡੀਓ 'ਚ ਜਿਹੜੇ ਲੋਕ ਮੈਨੂੰ ਫੋਲੋ ਕਰਦੇ ਉਹਨਾਂ ਨੂੰ ਪਤਾ ਹੈ। ਮੈਨੂੰ ਕੱਲ ਹੀ ਇੱਕ ਸਠਿਆਲੇ ਦੇ ਮਨਦੀਪ ਸਿੰਘ ਜੀ ਆ, ਸਠਿਆਲੇ ਵਾਲਿਆਂ ਨੂੰ ਪਤਾ ਹੋਊਗਾ ਕਿ ਸਠਿਆਲੇ ਦੇ ਸਰਕਾਰੀ ਸਕੂਲਾਂ 'ਚ ਉਹਨਾਂ ਨੇ ਸ਼ੂਜ਼ ਦਿੱਤੇ ਨੇ, ਠੀਕ ਆ। ਉਹਨਾਂ ਨੂੰ ਇੱਕ ਕਲੀਅਰ ਐਗਜ਼ਾਮਪਲ ਨੇ ਕਿ ਇੱਕ ਵਾਰੀ ਕੀ ਹੋਇਆ ਕਿ ਉਹਨਾਂ ਨੇ ਆਪਣੇ ਸਕੂਲ ਦੇ ਵਿੱਚ ਸ਼ੂਜ਼ ਜਿਹੜੇ ਆ ਉਹ ਸਪਾਂਸਰ ਕੀਤੇ, ਅਰਾਊਂਡ 150-200 ਸ਼ੂਜ਼। ਤੇ ਮੈਂ ਉਸ ਸਕੂਲ 'ਚ ਗਈ ਤੇ ਮੈਂ ਉਹਨਾਂ ਨੂੰ ਕਿਹਾ ਕਿ ਭਾਜੀ ਅਸੀਂ ਇੰਨੇ ਸ਼ੂਜ਼ ਜਿਹੜੇ ਆ ਉਹ ਨਹੀਂ ਦੇ ਸਕਦੇ, ਬੱਚਿਆਂ ਕੋਲ ਪਹਿਲਾਂ ਹੀ ਸ਼ੂਜ਼ ਹੈਗੇ ਨੇ ਮੇਰੇ। ਤੇ ਹਰ ਕੈਂਪੇਨ ਦੇ ਵਿੱਚ ਮੈਂ ਦੱਸਿਆ ਹੈ ਕਿ ਮੈਂ ਓਨੇ ਹੀ ਸ਼ੂਜ਼ ਦੇਵਾਂਗੀ ਜਿੰਨੇ ਉੱਥੇ ਲੋੜ ਹੋਏਗੀ, ਕਿਉਂਕਿ ਮੈਂ ਕੱਲਾ ਸ਼ੂ ਬਚਾ ਕੇ ਅਗਲੇ ਸਕੂਲ 'ਚ ਦੇਣਾ ਚਾਹਨੀ। ਤੇ ਇਸ ਚੀਜ਼ ਦੀ ਡੋਨਰ ਨੂੰ ਕਲੀਅਰ ਇਨਫੋਰਮੇਸ਼ਨ ਹੁੰਦੀ ਆ ਤੇ ਡੋਨਰ ਇਹਦੀ ਰਿਸਪੈਕਟ ਕਰਦਾ ਸਾਡੇ ਇਸ ਡਿਸੀਜਨ ਦੀ। ਸੋ ਬਹੁਤ ਸਾਰੇ ਇਦਾਂ ਦੇ ਕੈਂਪੇਨ ਆ ਜਿੱਥੇ ਸਰਵੇ 'ਚ ਸ਼ੂਜ਼ ਘੱਟ ਸੀ ਤੇ ਦੇਣ ਲੱਗਿਆ ਸੀ ਵੱਧ ਦੇ ਕੇ ਆਏ ਆ, ਤੇ ਬਹੁਤ ਸਾਰੇ ਕੈਂਪੇਨ ਆ ਕਿ ਜਿੱਥੇ ਸਰਵੇ 'ਚ ਸ਼ੂਜ਼ ਜ਼ਿਆਦਾ ਸੀ ਤੇ ਦੇਣ ਲੱਗਿਆ ਸੀ ਪੂਰੇ ਸ਼ੂਜ਼ ਨਹੀਂ ਦਿੱਤੇ, ਬਿਕੋਜ਼ ਜਿੰਨੀ ਜ਼ਰੂਰਤ ਆ ਸੀ ਓਨੇ ਹੀ ਸ਼ੂਜ਼ ਦਿੰਨੇ ਆ। ਐਂਡ ਡੋਨਰ ਵੀ ਜਿਹੜੇ ਆ ਦੇ ਆਰ ਸੁਪਰ ਇੰਟੈਲੀਜੈਂਟ। ਜਿਹੜਾ ਬੰਦਾ ਆਪਣੀ ਪੈਸੇ ਲਗਾ ਰਿਹਾ ਹੈ, ਜਿਹੜੀਆਂ ਫੈਮਲੀਜ਼ ਆਪਣੇ ਪਿੰਡਾਂ ਨੂੰ ਸਪੋਰਟ ਕਰ ਰਹੀਆਂ ਨੇ, ਐਂਡ ਮੈਕਸਿਮਮ ਇਨ ਮਾਈ ਕੈਂਪੇਨਸ, ਮੇਰੇ ਹਰ ਕੈਂਪੇਨ 'ਚ ਡੋਨਰ ਦੇ ਪਿੰਡ ਵਾਲੇ ਬੰਦੇ ਜਾਂ ਡੋਨਰ ਦੀ ਫੈਮਲੀ ਜਾਂ ਇੱਥੋਂ ਕੋਈ ਨਾ ਕੋਈ ਹਮੇਸ਼ਾ ਮੌਜੂਦ ਹੁੰਦਾ। ਅਸੀਂ ਬਕਾਇਦਾ ਉਹਨੂੰ ਐਜ਼ ਏ ਗੈਸਟ ਸੱਦਦੇ ਹਾਂ। ਤੁਸੀਂ ਸਾਡੀਆਂ ਫਾਈਲਸ ਚੈੱਕ ਕਰੋ, ਉਹ 'ਚ ਉਹਨਾਂ ਦੇ ਨਾਮ ਵੀ ਲਿਖੇ ਹੋਣਗੇ ਕਿ ਇਹ 'ਚ ਡੋਨਰ ਦੀ ਫੈਮਲੀ 'ਚ ਕੌਣ ਆਇਆ ਸੀ, ਤੇ ਉਹਦੇ ਸਾਈਨ ਵੀ ਮਿਲਣਗੇ ਤੁਹਾਨੂੰ।
ਲਾਸਟ ਕੁਐਸਚਨ ਹੈ ਮੇਰਾ ਕਿ ਜੋ ਇਹ ਹਿਸਾਬ ਦੀ ਗੱਲ ਚੱਲਦੀ ਪਈ ਹੈ ਕਿ ਸਾਨੂੰ ਹਿਸਾਬ ਚਾਹੀਦਾ ਹੈ ਜੀ, ਇਹ ਤੁਹਾਡੇ ਕੋਲ ਹਿਸਾਬ ਸਿਰਫ ਜਿਹੜੇ ਡੋਨੇਟਰ ਨੇ ਜਾਂ ਜਿਨ੍ਹਾਂ ਡੋਨੇਸ਼ਨ ਦਿੱਤੀ ਹੈ ਉਹੀ ਲੈ ਸਕਦੇ ਆ ਕਿ ਜਾਂ ਕੋਈ ਮੇਰੇ ਵਰਗਾ ਆਮ ਇਨਸਾਨ ਵੀ ਜਾਂ ਕੋਈ ਹੋਰ ਵੀ ਤੁਹਾਨੂੰ ਇਹ ਪੁੱਛ ਸਕਦਾ ਕਿ ਤੁਸੀਂ ਤੁਹਾਡੇ ਤੇ ਇਲਜ਼ਾਮ ਲੱਗਦਾ ਪਿਆ ਮੈਨੂੰ ਇਹਦਾ ਹਿਸਾਬ ਚਾਹੀਦਾ? ਇਹਦੇ ਵਿੱਚ ਕੋਈ ਆਮ ਆਦਮੀ ਵੀ ਅੱਗੇ ਲੈ ਸਕਦਾ ਵਾ। ਅਸੀਂ ਹਰ ਡੋਨਰ ਨਾਲ ਤੁਹਾਡੀ ਗੱਲ ਕਰਾਵਾਂਗੇ। ਡੋਨਰ ਜੇ ਕਹਿੰਦਾ ਹੈ ਕਿ ਹਾਂ ਤੁਸੀਂ ਇਹਨੂੰ ਹਿਸਾਬ ਦੇ ਦਿਓ, ਅਸੀਂ ਤੁਹਾਨੂੰ ਸਾਰੀਆਂ ਫਾਈਲਾਂ ਦਾ ਹਿਸਾਬ ਦੇਈ ਜਾਵਾਂਗੇ, ਰਾਈਟ। ਸੋ ਇਹਦੇ ਵਿੱਚ ਕੋਈ ਨਹੀਂ। ਬਾਕੀ ਸਾਡਾ ਫਿਰ ਵੀ ਸਾਡੀਆਂ ਜਿੰਨੀਆਂ 382 ਫਾਈਲਸ ਆ, ਕੋਈ ਵੀ ਆ ਕੇ ਚੈੱਕ ਕਰ ਸਕਦਾ। ਮੈਨੂੰ ਇੱਕ ਸਵਾਲ ਸੌਰੀ ਆ ਗਿਆ, ਤੁਸੀਂ ਗੱਲ ਕਰਦੇ ਪਏ ਸੋ ਜਦੋਂ ਕਮੈਂਟ ਦੇ ਵਿੱਚ ਰੌਂਗ ਗੱਲਾਂ ਕਰਦੇ ਨੇ ਉਹਨਾਂ ਨੂੰ ਕੀ ਕਹੋਗੇ? ਤੁਸੀਂ ਅੰਦਰ ਕਾਫੀ ਬੋਲ ਰਹੇ ਸੋ ਨਾ ਕਿ ਜੋ ਇੱਕ ਲੇਡੀਜ਼ ਨੂੰ ਕਰਦੇ ਨੇ ਇਸ ਤਰ੍ਹਾਂ, ਸੱਭਿਅਕ ਲੋਕ ਨੇ, ਧਾਰਮਿਕ ਲੋਕ ਨੇ। ਹਾਂ, ਸੋ ਕਮੈਂਟਸ ਵਿੱਚ ਬਹੁਤ ਕੁਝ ਲੋਕੀ ਲਿਖਦੇ ਨੇ ਤੇ ਬਹੁਤ ਹੀ ਜ਼ਿਆਦਾ ਇਹ ਜਿਹੜਾ ਵਾ ਉਹ ਹਰਟਫੁਲ ਆ, ਬਹੁਤ ਜ਼ਿਆਦਾ ਇਹਦੇ ਨਾਲ ਦਰਦ ਜਿਹੜਾ ਵਾ ਉਹ ਬਹੁਤ ਜ਼ਿਆਦਾ ਜਿਹਦਾ ਕਿ ਜੇ ਲੋਕੀ ਕਹਿੰਦੇ ਨਾ ਕਿ ਪਰਵਾਹ ਨਾ ਕਰੋ, ਜੇ ਅਸੀਂ ਪਰਵਾਹ ਨਾ ਕਰਨ ਵਾਲੇ ਹੁੰਦੇ ਤੇ ਫਿਰ ਅਸੀਂ ਇਸ ਕੰਮਾਂ 'ਚ ਆਉਂਦੇ ਕਿਉਂ? ਅਸੀਂ ਦੂਜੇ ਦਾ ਦਰਦ ਸਮਝ ਸਕਦੇ ਹਾਂ, ਸਾਨੂੰ ਪਤਾ ਕਿ ਦਰਦ ਕੀ ਹੁੰਦਾ ਹੈ, ਕਿਸੇ ਨੂੰ ਪੇਨ ਦੇਣਾ ਕੀ ਹੁੰਦਾ। ਮੈਂ ਤੇ ਹੈਰਾਨ ਆ ਇਹਨਾਂ ਤੇ ਕਿ ਕਿੱਦਾਂ ਤੁਸੀਂ ਫੁੱਲਾਂ ਵਰਗੀਆਂ ਪਾਲੀਆਂ ਧੀਆਂ ਜਿਨ੍ਹਾਂ ਤੇ ਪੇਰੈਂਟਸ ਨੇ ਆਪਣਾ ਖੂਨ ਪਸੀਨੇ ਦੀ ਕਮਾਈ ਲਾਈ ਆ, ਕਿੱਦਾਂ ਉਹਨਾਂ ਨੂੰ ਪੜ੍ਹਾਇਆ, ਜਿਨ੍ਹਾਂ ਦੇ ਮਾਂ-ਬਾਪ ਉਹਨਾਂ ਨੂੰ ਤੂੰ ਨਹੀਂ ਬੁਲਾਉਂਦੇ, ਤੇ ਤੁਸੀਂ ਕਿੱਦਾਂ ਉਹਨਾਂ ਲਈ ਕਮੈਂਟਸ ਲਿਖਦੇ ਹੋ? ਕਿੱਦਾਂ ਦਾ ਤੁਸੀਂ ਸਮਾਜ ਬਣਾ ਰਹੇ ਹੋ? ਸਾਡੇ ਜਿਹੜੇ ਜੂਨੀਅਰਸ ਆ ਉਹ ਕੀ ਪੜ੍ਹ ਰਹੇ ਨੇ? ਜਿਹੜੇ ਲੋਕ ਆਪਣੀਆਂ ਧੀਆਂ ਨੂੰ ਮਨਦੀਪ ਦੇ ਵਿੱਚ ਦੇਖ ਰਹੇ ਨੇ ਉਹ ਆਪਣੀਆਂ ਧੀਆਂ ਦਾ ਕੀ ਹਾਲ ਦੇਖ ਰਹੇ ਨੇ? ਉਹ ਅੱਜ ਇਹ ਕਹਿ ਰਹੇ ਨੇ ਕਿ ਅਸੀਂ ਆਪਣੀਆਂ ਧੀਆਂ ਨੂੰ ਅਮਰੀਕਾ ਵੀ ਨਹੀਂ ਭੇਜਣਾ ਚਾਹੁੰਦੇ। ਅਮਰੀਕਾ ਵਾਲੇ ਸਾਡੇ ਕੀ ਹਾਲ ਕਰਦੇ ਨੇ? ਸੋ ਦੋਸਤੋ, ਡਾਕਟਰ ਮਨਦੀਪ ਕੌਰ ਸਿੱਧੂ ਜੋ ਟਾਂਗਰਾ ਵਿਖੇ ਇੱਕ NGO ਚਲਾਉਂਦੇ, ਆਪਾਂ ਸ਼ੁਰੂਆਤ 'ਚ ਗੱਲ ਕਰ ਚੁੱਕੇ ਹਾਂ। ਉਹਨਾਂ ਦਾ ਜੋ ਇੱਕ ਮਾਮਲਾ ਉੱਭਰ ਕੇ ਸਾਹਮਣੇ ਆਇਆ ਸੀ, ਉਹਨਾਂ ਨੇ ਬੜੀ ਬੇਬਾਕ ਇੰਟਰਵਿਊ ਰਾਹੀਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ ਔਰ ਉਹਨਾਂ ਨੇ ਦਾਅਵਾ ਕੀਤਾ, ਇਹ ਚੈਲੰਜ ਵੀ ਕੀਤਾ ਹੈ ਕਿ ਕੋਈ ਵੀ ਆ ਕੇ ਜਿਹੜਾ ਇੱਥੇ ਆ, ਭਾਵੇਂ ਉਹ ਡੋਨੇਸ਼ਨ ਦਿੰਦਾ ਆ ਜਾਂ ਵੈਸੇ ਵੀ ਆਮ ਤੌਰ ਤੇ ਵੀ ਆ ਕੇ ਇੱਥੋਂ ਆਪਣਾ ਸਵਾਲ ਜਵਾਬ ਕਰ ਸਕਦਾ ਹੈ ਔਰ ਹਿਸਾਬ ਲੈ ਸਕਦਾ ਹੈ। ਉਹਨਾਂ ਕਿਹਾ ਕਿ ਜੋ ਕੋਈ ਇਲਜ਼ਾਮ ਲੱਗ ਰਹੇ ਨੇ ਕਾਰਾਂ ਵੱਧ ਖਰੀਦਣ ਦੇ ਜਾਂ ਜਾਇਦਾਦ ਬਣਾਉਣ ਦੇ, ਜੇ ਕੋਈ ਅਜਿਹਾ ਕੋਈ ਸਾਬਤ ਕਰ ਦੇਵੇ ਤਾਂ ਉਸ ਨੂੰ 10 ਲੱਖ ਰੁਪਏ ਜਿਹੜਾ ਨਗਦ ਇਨਾਮ ਦਿੱਤਾ ਜਾਵੇਗਾ। ਸੋ ਦੋਸਤੋ, ਤੁਸੀਂ ਸਪੋਕਸਮੈਨ TV ਦੇਖਦੇ ਰਹਿਣਾ, ਅਸੀਂ ਤੁਹਾਨੂੰ ਹੋਰ ਵੀ ਨਿਊ ਅਪਡੇਟ ਦਿੰਦੇ ਰਹਾਂਗੇ। ਸੋ ਇਸ ਵੇਲੇ ਕੈਮਰਾ ਪਰਸਨ ਤੇਜਵੀਰ ਕਰਨ ਦੇ ਨਾਲ ਮੈਂ ਗੁਰਿੰਦਰ ਸਿੰਘ ਬਾਠ, ਰੋਜ਼ਾਨਾ ਸਪੋਕਸਮੈਨ TV, ਟਾਂਗਰਾ, ਅੰਮ੍ਰਿਤਸਰ।